ਕਿਸਾਨ ਵੀਰੋ ਤੇ ਭੈਣੋ, ਤਰਸੇਮ ਸਿੰਘ ਬੁੱਟਰ ਦੇ ਵੱਲੋਂ ਤੁਹਾਡਾ ਅੱਜ ਦੇ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਹਾਰਦਿਕ ਸਵਾਗਤ ਹੈ। ਜਿਸ ਤਰ੍ਹਾਂ ਕਿ ਮੈਡਮ ਕੁਲਦੀਪ ਕੌਰ ਦੀ ਜ਼ੁਬਾਨੀ ਤੁਹਾਨੂੰ ਅੱਜ ਦੇ ਇਸ ਪ੍ਰੋਗਰਾਮ ਦਾ ਵਿਸ਼ਾ ਬਾਰੇ ਪਤਾ ਲੱਗ ਗਿਆ ਹੈ, ਤਾਂ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜੇਕਰ ਅਸੀਂ ਸਾਉਣੀ ਦੀਆਂ ਫਸਲਾਂ ਦੇ ਵਿੱਚੋਂ ਗੱਲ ਕਰੀਏ ਤਾਂ ਸਾਡੇ ਇਸ ਇਲਾਕੇ ਦੇ ਵਿੱਚ ਸਾਡੇ ਬਹੁਤ ਸਾਰੇ ਉੱਦਮੀ ਕਿਸਾਨ ਭਰਾਵਾਂ ਨੇ ਚਿੱਟੇ ਸੋਨੇ ਅਰਥਾਤ ਕਹਿ ਲਓ ਕਿ ਨਰਮੇ ਕਪਾਹ ਦੀ ਜਿਹੜੀ ਕਾਸ਼ਤਕਾਰੀ ਕਰਨੀ ਹੈ। ਸੋ ਭਾਵੇਂ ਕਿ ਸਾਡੇ ਕਿਸਾਨਾਂ ਕੋਲੇ ਬਹੁਤ ਲੰਬਾ ਤਜਰਬਾ ਹੈ, ਅਨੁਭਵ ਹੈ ਨਰਮਾ ਕਪਾਹ ਆਪਣੇ ਖੇਤਾਂ ਦੇ ਵਿੱਚ ਪੈਦਾ ਕਰਕੇ ਚੰਗਾ ਝਾੜ ਲੈਣ ਦਾ, ਪਰ ਫਿਰ ਵੀ ਕਈ ਤਕਨੀਕੀ ਨੁਕਤੇ ਹੁੰਦੇ ਨੇ, ਕਈ ਵਿਗਿਆਨਕ ਗੱਲਾਂ ਹੁੰਦੀਆਂ ਨੇ, ਕਈ ਨਵੀਆਂ ਖੋਜਾਂ ਹੁੰਦੀਆਂ ਨੇ, ਕਈ ਜਿਹੜੇ ਸਾਡੇ ਮਾਹਰ ਹੁੰਦੇ ਨੇ, ਜਿਹੜੇ ਸਾਡੇ ਇਸ ਖੇਤਰ ਦੇ ਵਿੱਚ ਵਿਸ਼ੇਸ਼ਗਤ ਹੁੰਦੇ ਨੇ, ਤਾਂ ਉਹਨਾਂ ਦੇ ਕੋਲੇ ਕੁਝ ਨਵਾਂ ਹੁੰਦਾ ਹੈ ਜਿਹੜਾ ਕਿ ਸਾਂਝਾ ਕਰਨਾ ਜ਼ਰੂਰੀ ਬਣਦਾ ਤੇ ਉਹਦੇ ਨਾਲ ਅਸੀਂ ਆਪਣੀ ਚੰਗੀ ਉਪਜ, ਚੰਗਾ ਝਾੜ, ਚੰਗੀ ਪੈਦਾਵਾਰ ਲੈ ਸਕਦੇ ਹਾਂ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਨਰਮੇ ਕਪਾਹ ਦੀ ਕਾਸ਼ਤ ਸੰਬੰਧੀ ਧਿਆਨ ਵਿੱਚ ਰੱਖਣ ਯੋਗ ਨੁਕਤੇ, ਇਸ ਵਿਸ਼ੇ ਤੇ ਜਾਣਕਾਰੀ ਦੇਣ ਦੇ ਲਈ ਸਿੱਧੇ ਪ੍ਰਸਾਰਣ ਦੇ ਤਹਿਤ ਸਾਡੇ ਸਟੂਡੀਓ ਦੇ ਵਿੱਚ ਹਾਜ਼ਰ ਮਹਿਮਾਨ ਨੇ ਡਾਕਟਰ ਜਸਵਿੰਦਰ ਕੁਮਾਰ, ਜਿਹੜੇ ਕਿ ਖੇਤੀਬਾੜੀ ਵਿਕਾਸ ਅਫਸਰ ਨੇ ਬਠਿੰਡਾ ਵਿਖੇ। ਤਾਂ ਕਿਸਾਨ ਵੀਰੋ ਤੇ ਭੈਣੋ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਡਾਕਟਰ ਸਾਹਿਬ ਤੋਂ ਨਰਮੇ ਦੀ ਸੁਚੱਜੀ ਕਾਸ਼ਤਕਾਰੀ ਬਾਰੇ ਜਾਣਾਂਗੇ, ਵੱਖ-ਵੱਖ ਪ੍ਰਕਾਰ ਦੀਆਂ ਗੱਲਾਂ ਬਾਤਾਂ। ਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਡਾਕਟਰ ਜਸਵਿੰਦਰ ਕੁਮਾਰ ਜੀ, ਆਕਾਸ਼ਵਾਣੀ FM ਬਠਿੰਡਾ ਦੇ ਵੱਲੋਂ ਸਟੂਡੀਓ 'ਚ ਆਉਣ ਤੇ ਤੁਹਾਡਾ ਸਵਾਗਤ ਹੈ। ਸ਼ੁਕਰੀਆ ਜੀ। ਤਾਂ ਕਿਸਾਨ ਵੀਰੋ ਤੇ ਭੈਣੋ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਨਰਮੇ ਕਪਾਹ ਦੀ ਕਾਸ਼ਤ ਸੰਬੰਧੀ ਕੁਝ ਜ਼ਰੂਰੀ ਨੁਕਤਿਆਂ ਨੂੰ ਲੈ ਕੇ ਤੁਸੀਂ ਵੀ ਡਾਕਟਰ ਜਸਵਿੰਦਰ ਕੁਮਾਰ ਜੀ ਤੋਂ ਸਿੱਧੇ ਤੌਰ ਤੇ ਸਵਾਲ ਪੁੱਛ ਸਕਦੇ ਹੋ। ਤਾਂ 2240-331 ਜੇਕਰ ਤੁਸੀਂ ਬਠਿੰਡਾ ਤੋਂ ਬਾਹਰੋਂ ਜਾਂ ਫਿਰ ਮੋਬਾਈਲ ਫੋਨ ਦੇ ਰਾਹੀਂ ਜੁੜ ਕੇ ਅੱਜ ਦੇ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ 0164-2240-331 ਨੰਬਰ ਡਾਇਲ ਕਰਕੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਾਣ ਸਕਦੇ ਹੋ। ਡਾਕਟਰ ਸਾਹਿਬ ਤੋਂ ਨਰਮੇ ਕਪਾਹ ਦੀ ਸੁਚੱਜੀ ਕਾਸ਼ਤਕਾਰੀ ਬਾਰੇ ਕੋਈ ਸਵਾਲ? ਤਾਂ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਤਾਂ ਬਹੁਤ ਸਾਰੇ ਸਾਡੇ ਜਿਹੜੇ ਕਿਸਾਨ ਭਰਾ, ਕੋਈ ਸਮਾਂ ਸੀ ਜਦੋਂ ਦੇਸੀ ਬੀਜਾਂ ਦੀ ਬਿਜਾਈ ਕਰਦੇ ਸੀ, ਉਸ ਤੋਂ ਬਾਅਦ BT ਬੀਜਾਂ ਦਾ ਯੁੱਗ ਆ ਗਿਆ, ਦੋਗਲੇ ਬੀਜ ਆ ਗਏ, ਕੁਝ ਬੀਜ ਜਿਹੜੇ ਹੋਰ ਰਾਜਾਂ ਤੋਂ ਵੀ ਲਿਆ ਕੇ ਸਾਡੇ ਕਿਸਾਨ ਭਰਾ ਆਪਣੇ ਖੇਤਾਂ ਦੇ ਵਿੱਚ ਨਰਮੇ ਕਪਾਹ ਦੇ ਬੀਜਣ ਲੱਗੇ ਨੇ। ਪਰ ਕਈ ਵਾਰੀ ਜਿਹੜਾ ਫਸਲ ਦਾ ਨੁਕਸਾਨ ਵੀ ਅਸੀਂ ਦੇਖਦੇ ਹਾਂ, ਭਾਵੇਂ ਉਹ ਝਾੜ ਪੱਖੋਂ ਹੈ ਤੇ ਚਾਹੇ ਉਹ ਗੁਣਵੱਤਾ ਪੱਖੋਂ ਹੈ। ਹਾਂਜੀ। ਤਾਂ ਤੁਸੀਂ ਖੇਤਰ ਦੇ ਵਿੱਚ ਵਿਚਰਦੇ ਹੋ, ਤੁਹਾਡੀ ਖੋਜ ਦਾ ਇਹ ਵਿਸ਼ਾ ਰਿਹਾ ਹੈ। ਤਾਂ ਨਰਮੇ ਕਪਾਹ, ਜੇ ਆਪਾਂ ਸਾਡੇ ਇਸ ਇਲਾਕੇ ਦੀ ਗੱਲ ਕਰੀਏ, ਇੱਥੋਂ ਦੇ ਧਰਾਤਲ ਜਾਂ ਪੌਣ ਪਾਣੀ ਦੀ ਗੱਲ ਕਰੀਏ, ਤਾਂ ਤੁਹਾਡੇ ਹਿਸਾਬ ਦੇ ਨਾਲ ਕਿਹੜੀਆਂ-ਕਿਹੜੀਆਂ ਕਿਸਮਾਂ ਨੇ ਜਿਨ੍ਹਾਂ ਦੀ ਸਿਫਾਰਿਸ਼ ਕੀਤੀ ਗਈ ਹੈ ਬਿਜਾਈ ਦੇ ਵਾਸਤੇ? ਹਾਂਜੀ ਬੁੱਟਰ ਸਾਹਿਬ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਹਾਈਬ੍ਰਿਡ BT ਨਰਮੇ ਦੀਆਂ ਜਿਹੜੀਆਂ ਅਲੱਗ-ਅਲੱਗ ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਹੈ। ਜਿਸ ਤਰ੍ਹਾਂ ਜਿਹੜੀਆਂ ਮਾਰਕੀਟ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਰਾਸ਼ੀ ਸੀਡਸ ਆ, ਨਿਜੀ ਵੀਡੋ ਆ, ਅਜੀਤ ਸੀਡਸ ਆ, ਜਾਂ ਹੋਰ ਕਈ ਕੰਪਨੀਆਂ ਨੇ, ਤਕਰੀਬਨ 30 ਕੰਪਨੀਆਂ ਦੀਆਂ ਅਲੱਗ-ਅਲੱਗ ਕਿਸਮਾਂ ਦੀ ਜਿਹੜੀ ਸਿਫਾਰਿਸ਼ ਆ ਉਹ ਕੀਤੀ ਗਈ ਆ, ਜਿਨ੍ਹਾਂ ਬਾਰੇ ਜਿਹੜੀ ਜਾਣਕਾਰੀ ਆ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਰਸਾਲਿਆਂ ਵਿੱਚ ਅਤੇ ਖੇਤੀਬਾੜੀ ਵਿਭਾਗ ਵੱਲੋਂ ਜਿਹੜੀ ਉਸ ਸੰਬੰਧੀ ਅਖਬਾਰਾਂ ਦੇ ਵਿੱਚ ਪਬਲਿਸ਼ ਕੀਤਾ ਜਾਂਦਾ ਹੈ ਤੇ ਲਿਟਰੇਚਰ ਛਪਾ ਕੇ ਜਿਹੜੀ ਕਿਸਾਨਾਂ ਤੱਕ ਸਿਫਾਰਿਸ਼ ਕਿਸਮਾਂ ਦੀ ਜਿਹੜੀ ਆ ਉਹ ਜਾਣਕਾਰੀ ਦਿੱਤੀ ਜਾਂਦੀ ਆ। ਇਸ ਤੋਂ ਇਲਾਵਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ ਆਪਣੇ ਪੱਧਰ ਤੇ ਜਿਹੜਾ 3 BT ਨਰਮੇ ਦੀਆਂ ਕਿਸਮਾਂ ਉਹ ਡਿਵੈਲਪ ਕੀਤੀਆਂ ਨੇ। PAU BT 1 ਆ, PAU BT 2 ਐਂਡ 3 ਆ। ਜੇਕਰ ਆਪਾਂ BT ਰਹਿਤ ਨਰਮੇ ਦੀਆਂ ਕਿਸਮਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ F2228 ਆ, LH 2108 ਆ, ਤੇ ਜੇਕਰ ਆਪਾਂ ਕਪਾਹ ਦੀਆਂ ਕਿਸਮਾਂ ਦੀ ਗੱਲ ਕਰੀਏ ਉਹਨਾਂ ਦੇ ਵਿੱਚ ਮੇਨ LH 1019 ਆ ਤੇ LD 949 ਤੇ FDK 124 ਆ। ਇੱਥੇ ਕਿਸਾਨ ਵੀਰਾਂ ਨੂੰ ਇਹ ਅਪੀਲ ਆ ਵੀ ਚਾਹੇ ਉਹ ਕਿਸੇ ਸੰਸਥਾ ਤੋਂ ਬੀਜ ਖਰੀਦਦੇ ਨੇ ਜਾਂ ਮਾਰਕੀਟ ਦੇ ਵਿੱਚ ਕਿਸੇ ਸੀਡ ਡੀਲਰ ਤੋਂ ਬੀਜ ਖਰੀਦਦੇ ਨੇ, ਉਹ ਪੱਕੇ ਬਿੱਲ ਦੇ ਉੱਪਰ ਸੀਡ ਖਰੀਦ ਕਰਨ। ਜਿਸ ਤਰ੍ਹਾਂ ਬੁੱਟਰ ਸਾਹਿਬ ਤੁਸੀਂ ਆਖਿਆ ਵੀ ਕਈ ਕਿਸਾਨ ਵੀਰ ਬਾਹਰਲੇ ਰਾਜਾਂ ਤੋਂ ਸੀਡ ਲਿਆਉਂਦੇ ਨੇ, ਉਹਦੇ ਵਿੱਚ ਕੀ ਆ ਵੀ ਜਿਹੜਾ ਗੁਜਰਾਤੀ ਨਰਮੇ ਦਾ ਬੀਜ ਆ ਉਹ ਗੈਰ ਮਨਜ਼ੂਰਸ਼ੁਦਾ, ਗੈਰ ਸਿਫਾਰਿਸ਼ ਆ, ਉਹ ਰਿਕਮੈਂਡਡ ਨਹੀਂ ਡਿਪਾਰਟਮੈਂਟ ਵੱਲੋਂ, ਕਿਉਂਕਿ ਇੱਕ ਤਾਂ ਉਹਦੇ ਵਿੱਚ ਕੀ ਆ ਵੀ ਉਹਦੀ ਜਰਮੀਨੇਸ਼ਨ ਨਹੀਂ ਗੀ। ਉਹਦੇ ਵਿੱਚ ਕਈ ਵਾਰੀ ਕਿਸਾਨ ਵੀਰ ਬਾਹਰੋਂ ਲਿਆ ਕੇ ਆਪਣੇ ਖੇਤ 'ਚ ਬੀਜ ਲੈਂਦੇ ਆ, ਉਹ ਖੇਤ ਖਾਲੀ ਦੇ ਖਾਲੀ ਰਹਿ ਜਾਂਦੇ ਆ। ਤੇ ਦੂਸਰਾ ਉਹਨੂੰ ਕੀ ਆ ਵੀ ਬਿਮਾਰੀਆਂ ਤੇ ਕੀੜੇ ਮਕੌੜੇ ਵੱਧ ਪੈਂਦੇ ਆ। ਸੋ ਕਿਸਾਨ ਵੀਰ ਕਦੇ ਵੀ ਜਿਹੜਾ ਗੁਜਰਾਤੀ ਬੀਜ ਆ ਨਰਮੇ ਦਾ ਉਹ ਆਪਦੇ ਖੇਤ 'ਚ ਨਾ ਬੀਜਣ।
ਤਾਂ ਕਿਸਾਨ ਵੀਰੋ ਤੇ ਭੈਣੋ, ਡਾਕਟਰ ਜਸਵਿੰਦਰ ਕੁਮਾਰ ਜੀ ਦਾ ਕਹਿਣਾ ਹੈ ਕਿ ਜਿਹੜੇ ਬੀਜ ਹੈ ਉਹ ਸਿਫਾਰਿਸ਼ ਕੀਤੇ ਬੀਜ ਆਪਣੇ ਖੇਤਾਂ ਦੇ ਵਿੱਚ ਬੀਜਣੇ ਚਾਹੀਦੇ ਆ, ਭਾਵੇਂ ਨਰਮਾ ਤੇ ਭਾਵੇਂ ਕਪਾਹ। ਤਾਂ ਪੱਕਾ ਬਿੱਲ ਆਪਾਂ ਨਹੀਂ ਲੈਣਾ ਭੁੱਲਣਾ। ਤੇ ਨਾਲੋਂ ਨਾਲ ਜਿਹੜਾ ਹੋਰਨਾਂ ਰਾਜਾਂ ਤੋਂ ਆਪਾਂ ਇੱਕ ਦੂਜੇ ਦੀ ਰੀਸ ਨਾਲ ਬੀਜ ਲੈ ਕੇ ਆਉਂਦੇ ਆ, ਉਹਨਾਂ ਦੀ ਕੋਈ ਗਰੰਟੀ ਨਹੀਂ ਹੁੰਦੀ, ਕੋਈ ਉਹ ਪ੍ਰਮਾਣਿਤ ਜਿਹੜੇ ਬੀਜ ਨਹੀਂ ਹੁੰਦੇ। ਕਈ ਵਾਰੀ ਫਸਲ ਦਾ ਖਰਾਬਾ ਵੀ ਹੋ ਜਾਂਦਾ, ਜਾਂ ਉਸ ਤੋਂ ਬਾਅਦ ਜਿਹੜਾ ਸਾਨੂੰ ਕੋਈ ਮੁਆਵਜ਼ਾ ਮਿਲਣਾ ਹੁੰਦਾ ਉਹਦੇ ਵਿੱਚ ਵੀ ਕਈ ਵਾਰੀ ਦਿੱਕਤਾਂ ਪੇਸ਼ ਆਉਂਦੀਆਂ ਨੇ। ਤਾਂ ਡਾਕਟਰ ਸਾਹਿਬ, ਉਸ ਤੋਂ ਬਾਅਦ ਜਿਹੜੀ ਬਿਜਾਈ ਦੇ ਸਮੇਂ ਦੀ ਜੇਕਰ ਆਪਾਂ ਗੱਲ ਕਰੀਏ, ਕਿਉਂਕਿ ਬਹੁਤ ਸਾਰੇ ਖੇਤਾਂ ਦੇ ਵਿੱਚ ਤਾਂ ਅਸੀਂ ਦੇਖਦੇ ਹਾਂ ਕਿ ਨਰਮੇ ਦੀ, ਕਪਾਹ ਦੀ ਬਿਜਾਈ ਹੋ ਚੁੱਕੀ ਹੈ, ਤੇ ਜਿਹੜਾ 2-2 3-3 ਪੱਤਿਆਂ ਵਾਲਾ ਨਰਮਾ ਸਾਨੂੰ ਇਹਨਾਂ ਦਿਨਾਂ ਦੇ ਵਿੱਚ ਦਿਖਾਈ ਦਿੰਦਾ ਹੈ। ਤਾਂ ਫਿਰ ਜੇ ਆਪਾਂ ਆਉਣ ਵਾਲੇ ਦਿਨਾਂ ਦੀ ਗੱਲ ਕਰੀਏ ਤਾਂ ਕਦੋਂ ਤੱਕ ਫਿਰ ਨਰਮੇ ਦੀ ਜਾਂ ਕਪਾਹ ਦੀ ਬਿਜਾਈ ਅਸੀਂ ਇਸ ਖੇਤਰ ਦੇ ਵਿੱਚ ਕਰ ਸਕਦੇ ਹਾਂ? ਹਾਂਜੀ ਡਾਕਟਰ ਸਾਹਿਬ, ਜਿਹੜਾ ਸਹੀ ਸਮਾਂ ਇਹਦਾ 1 ਅਪ੍ਰੈਲ ਤੋਂ ਸ਼ੁਰੂ ਹੋ ਜਾਂਦਾ ਨਰਮੇ ਕਪਾਹ ਦਾ ਜੀ, ਤੇ ਉਹ ਯੂਨੀਵਰਸਿਟੀ ਦੇ ਮੁਤਾਬਕ 15 ਮਈ ਤੱਕ ਜਿਹੜੀ ਇਹਦੀ ਬਿਜਾਈ ਹੈ ਉਹ ਕੀਤੀ ਜਾ ਸਕਦੀ ਹੈ ਜੀ। ਪਰ ਫਿਰ ਵੀ ਜੇ ਕਿਸਾਨ ਵੀਰ ਥੋੜਾ ਜਿਹਾ ਹੋਰ 15 ਤੋਂ 20 ਮਈ ਤੱਕ ਜਿਹੜੀ ਇਹਦੀ ਬਿਜਾਨ ਦਾ ਉਹ ਕਰ ਸਕਦੇ ਆ ਜੀ। ਪਰ ਉਹਦੇ ਵਿੱਚ ਕੀ ਆ ਵੀ ਜਿਵੇਂ ਜ਼ਿਆਦਾ ਫੀਲਡ ਟ੍ਰਾਇਲ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਜੇਕਰ ਨਰਮਾ ਜ਼ਿਆਦਾ ਪਛੇਤਾ ਜਾਂਦਾ ਤਾਂ ਉਹ ਪਛੇਤੇ ਨਰਮੇ ਦੇ ਵਿੱਚ ਕੀ ਆ ਵੀ ਜ਼ਿਆਦਾ ਸਮੱਸਿਆ ਜਿਹੜੀ ਕੀੜੇ ਮਕੌੜਿਆਂ ਦੀ ਤੇ ਬਿਮਾਰੀਆਂ ਦੀ ਵੱਧ ਆਉਂਦੀ ਆ ਜੀ। ਦੂਸਰਾ ਆਪਾਂ ਫੀਲਡ ਦੇ ਵਿੱਚ ਦੇਖਦੇ ਹਾਂ ਕੀ ਆ ਵੀ ਗਰਮੀ ਵਧਣ ਦੇ ਨਾਲ ਜਿਹੜਾ ਨਰਮਾ ਉਹ ਮੱਚਣ ਦੀ ਸਮੱਸਿਆ ਵੀ ਵੱਧ ਆਉਂਦੀ ਆ ਜੀ। ਸੋ ਇੱਥੇ ਕਿਸਾਨ ਵੀਰ ਇੱਕ ਕੰਮ ਕਰ ਸਕਦੇ ਨੇ ਕਿ ਉਹ ਜਿਹੜੀ ਨਰਮੇ ਦੀ ਬਿਜਾਈ ਆ ਜੀ ਉਹ ਸ਼ਾਮ ਵੇਲੇ ਕਰਨ ਜੀ, ਕਿਉਂਕਿ ਜਿਹੜਾ ਨਰਮੇ ਨੇ ਪੁੰਗਰਨਾ 7-8 ਦਿਨਾਂ ਬਾਅਦ ਉਹ ਸ਼ਾਮ ਨੂੰ ਉਹਦਾ ਢੰਗੂਰ ਬਾਹਰ ਆਉਂਦਾ, ਤੇ ਉਸ ਤੋਂ ਬਾਅਦ ਕੀ ਆ ਵੀ ਚਲੋ ਰਾਤ ਆ ਜਾਂਦੀ ਆ, ਭਾਵ ਵੀ ਜਿਹੜਾ ਨਵਾਂ ਪੌਦਾ ਹੁੰਦਾ ਉਹਨੂੰ ਗਰਮੀ ਸਹਾਰਨ 'ਚ ਹੈਲਪ ਮਿਲਦੀ ਆ ਜੀ। ਇੱਥੇ ਇੱਕ ਕਿਸਾਨ ਵੀਰ ਕੀ ਕਰ ਸਕਦੇ ਆ ਵੀ ਜਿਹੜੀ ਨਰਮੇ ਦੀ ਨਰਸਰੀ ਵੀ ਨਾਲ ਹੀ ਉਸੇ ਦਿਨ ਫਸਲ ਦੀ ਬੀਜਣ ਜੀ। ਉਹ ਕੀ ਆ ਵੀ 30-40 ਪਲਾਸਟਿਕ ਦੇ ਲਿਫਾਫੇ ਆ, ਉਹਨਾਂ 'ਚ ਬਰਾਬਰ ਮਾਤਰਾ ਦੇ ਵਿੱਚ ਮਿੱਟੀ ਤੇ ਰੂੜੀ ਭਰ ਕੇ ਉਸੇ ਦਿਨ ਜਿਹੜੇ ਨਰਮੇ ਦੇ ਬੀਜ ਬੀਜਣ ਨਰਸਰੀ ਤਿਆਰ ਕਰਨ। ਪਰ ਧਿਆਨ ਇਹ ਰੱਖਣ ਦੀ ਲੋੜ ਆ ਵੀ ਜਿਹੜੇ ਉਹ ਨਰਸਰੀ ਵਾਲੇ ਬੂਟੇ ਆ ਉਹਨਾਂ ਨੂੰ ਦਿਨ 'ਚ 5-4 ਘੰਟੇ ਧੁੱਪ ਲੱਗੇ, ਤਾਂ ਜੋ ਕਿਤੇ ਆਪਾਂ ਨੂੰ ਜਦੋਂ ਕੁਝ ਬੂਟੇ ਮੱਚ ਜਾਂਦੇ ਆ, ਜੇ ਆਪਾਂ ਉਹਨਾਂ ਨੂੰ ਟਰਾਂਸਪਲਾਂਟ ਕਰਨ ਦੀ ਲੋੜ ਪਊਗੀ ਮਹੀਨੇ ਬਾਅਦ, ਤਾਂ ਉਹ ਮੌਸਮ ਨੂੰ ਜਾਂ ਗਰਮੀ ਨੂੰ ਸਹਾਰ ਸਕਣ। ਹਾਂਜੀ। ਤਾਂ ਕਿਸਾਨ ਵੀਰੋ ਤੇ ਭੈਣੋ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਸਿੱਧੇ ਪ੍ਰਸਾਰਣ ਦੇ ਤਹਿਤ ਤੁਸੀਂ ਸੁਣ ਰਹੇ ਹੋ ਨਰਮੇ ਕਪਾਹ ਦੀ ਸੁਚੱਜੀ ਕਾਸ਼ਤਕਾਰੀ ਦੇ ਵਾਸਤੇ ਧਿਆਨ ਰੱਖਣਯੋਗ ਗੱਲਾਂ ਤੇ ਜਾਣਕਾਰੀ ਸਾਂਝੀ ਕਰ ਰਹੇ ਨੇ ਜੀ। ਸਟੂਡੀਓ ਦੇ ਵਿੱਚ ਹਾਜ਼ਰ ਮਹਿਮਾਨ ਡਾਕਟਰ ਜਸਵਿੰਦਰ ਕੁਮਾਰ ਜੀ, ਖੇਤੀਬਾੜੀ ਵਿਕਾਸ ਅਫਸਰ ਬਠਿੰਡਾ। ਤਾਂ ਡਾਕਟਰ ਸਾਹਿਬ, ਬੜੀ ਖੂਬਸੂਰਤ ਤੁਸੀਂ ਗੱਲ ਕੀਤੀ ਕਿ ਜਿਹੜਾ 15 ਮਈ ਤੱਕ ਆਪਾਂ ਬਿਜਾਈ ਕਰਨੀ ਹੈ ਤੇ ਵੱਧ ਤੋਂ ਵੱਧ 20 ਮਈ ਤੱਕ ਆਪਾਂ ਬਿਜਾਈ ਕਰਨੀ ਹੈ, ਇਸ ਤੋਂ ਲੇਟ ਨਹੀਂ ਕਰਨਾ। ਜੇ ਲੇਟ ਕਰਦੇ ਆ ਤਾਂ ਕੀੜੇ ਮਕੌੜਿਆਂ ਦਾ ਸਾਹਮਣਾ ਕਰਨਾ ਪੈਂਦਾ। ਤੇ ਨਾਲੋਂ ਨਾਲ ਤੁਸੀਂ ਗੱਲ ਦੱਸੀ ਕਿ ਜਦੋਂ ਕਿਤੇ ਨਰਮੇ ਦਾ ਨੁਕਸਾਨ ਹੋ ਜਾਂਦਾ, ਸਾਡੇ ਕਿਸਾਨ ਭਰਾ ਓੜੇ ਲਾਉਣ ਲੱਗ ਜਾਂਦੇ ਆ। ਜਿਹੜੇ ਓੜੇ ਲਾਏ ਹੁੰਦੇ ਆ ਉਹ ਫਿਰ ਪਹਿਲਾਂ ਬੀਜੇ ਨਰਮੇ ਦੇ ਨਾਲੋਂ ਬਹੁਤ ਛੋਟੇ ਰਹਿ ਜਾਂਦੇ ਆ, ਜਿਹੜੇ ਬੂਟੇ ਹੁੰਦੇ ਆ, ਤਾਂ ਉਹਨਾਂ ਦਾ ਵਾਧਾ ਵਿਕਾਸ ਨਹੀਂ ਹੁੰਦਾ। ਇਸ ਕਰਕੇ ਲਿਫਾਫਿਆਂ ਦੇ ਵਿੱਚ ਅਲੱਗ ਉਸੇ ਤਰੀਕ ਦੇ ਵਿੱਚ ਜਿਹੜੇ ਬੀਜ ਲਾ ਲੈਣੇ ਚਾਹੀਦੇ ਨਰਮੇ ਕਪਾਹ ਦੇ, ਤਾਂ ਜੋ ਕਿਤੇ ਕੋਈ ਨੁਕਸਾਨ ਵੀ ਹੁੰਦਾ ਤਾਂ ਲੋੜ ਅਨੁਸਾਰ ਉਹਦੀ ਵਰਤੋਂ ਕੀਤੀ ਜਾ ਸਕੇ। ਹਾਂਜੀ। ਤਾਂ ਡਾਕਟਰ ਸਾਹਿਬ, ਉਦੋਂ ਬਾਅਦ ਜਿਹੜੀ ਰੌਣੀ ਦੀ ਗੱਲ ਆ ਜਾਂਦੀ ਹੈ। ਸਾਡੇ ਇਹ ਕਿਸਾਨ ਭਰਾ ਇਹ ਤਾਂ ਚੰਗੀ ਤਰ੍ਹਾਂ ਜਾਣ ਗਏ ਨੇ ਕਿ ਨਰਮੇ ਦੇ ਵਾਸਤੇ ਜਿਹੜੀ ਆਪਾਂ ਸਿੰਚਾਈ ਵਾਸਤੇ ਰੌਣੀ ਆਪਾਂ ਕਰਨੀ ਹੈ ਉਹ ਧਰਤੀ ਹੇਠਲੇ ਪਾਣੀ ਦੀ ਨਾ ਕਰੀਏ, ਕਿਉਂਕਿ ਸਾਡੇ ਪਾਣੀ ਦੀ ਗੁਣਵੱਤਾ ਚੰਗੀ ਨਹੀਂ, ਤੇ ਜਿਹੜੀ ਪਾਣੀ ਦੀ ਵਰਤੋਂ ਸਾਡੇ ਕਿਸਾਨ ਭਰਾ ਇਹਨਾਂ ਦਿਨਾਂ 'ਚ ਮਿਲ ਵੀ ਜਾਂਦਾ ਪਾਣੀ, ਤਾਂ ਉਹ ਜਿਹੜਾ ਨਹਿਰੀ ਪਾਣੀ ਦੀ ਵਰਤੋਂ ਕਰਦੇ ਆ। ਤਾਂ ਉਦੋਂ ਬਾਅਦ ਜਿਹੜੀ ਗੱਲ ਆ ਜਾਂਦੀ ਹੈ ਕਿ ਨਰਮੇ ਦੀ ਫਸਲ ਦੇ ਵਾਸਤੇ ਜੇ ਆਪਾਂ ਭਰਮੀ ਰੌਣੀ ਦੀ ਗੱਲ ਕਰੀਏ ਤੇ ਨਾਲੋਂ ਨਾਲ ਆਪਾਂ ਡੂੰਘਾ ਵਾਹੁਣ ਦੀ ਗੱਲ ਕਰੀਏ, ਤਾਂ ਇਹਦਾ ਫਿਰ ਨਰਮੇ ਦੇ ਉਹਦੇ ਪੁੰਗਰਣ ਦੇ ਵਿੱਚ, ਉਹਦੇ ਵਾਧੇ ਦੇ ਵਿੱਚ, ਉਹਦੇ ਵਿਕਾਸ ਦੇ ਵਿੱਚ, ਉਹਦੇ ਫਲ ਲੱਗਣ ਦੇ ਵਿੱਚ, ਉਹਦੇ ਝਾੜ ਦੇ ਵਿੱਚ ਕੀ ਯੋਗਦਾਨ ਹੈ ਭਰਮੀ ਰੌਣੀ ਤੇ ਡੂੰਘੀ ਵਹਾਈ ਦਾ? ਹਾਂਜੀ ਬੁੱਟਰ ਸਾਹਿਬ, ਜਿਹੜੀ ਭਰਮੀ ਰੌਣੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਵੀ ਉਹ ਚੰਗੇ ਪਾਣੀ ਦੇ ਨਾਲ, ਨਹਿਰੀ ਪਾਣੀ ਦੇ ਨਾਲ ਕਰੀਏ ਜੀ, ਕਿਉਂਕਿ ਜਿਹੜਾ ਨਰਮੇ ਕਪਾਹ ਦਾ ਜਿਹੜਾ ਬੂਟਾ ਹੁੰਦਾ ਸ਼ੁਰੂ ਦੇ ਵਿੱਚ ਉਹ ਬਹੁਤ ਜ਼ਿਆਦਾ ਸੈਂਸਿਟਿਵ ਹੁੰਦਾ ਮਾੜੇ ਪਾਣੀ ਨੂੰ। ਜਿੱਥੇ ਮਾੜੀ ਪਾਣੀ ਨਾਲ ਰੌਣੀ ਹੋ ਗਈ, ਉਹ ਢੰਗੂਰ ਜਦੋਂ ਨਿਕਲਦਾ ਬਾਹਰ ਜਰਮੀਨੇਟ ਹੁੰਦਾ ਤੇ ਉਹ ਨਾਲ ਦੀ ਨਾਲ ਮੱਚ ਜਾਂਦਾ। ਸੋ ਤਾਂ ਕਰਕੇ ਜਿਹੜੀ ਸਿਫਾਰਿਸ਼ ਕੀਤੀ ਜਾਂਦੀ ਹੈ ਉਹ ਨਹਿਰੀ ਪਾਣੀ ਦੇ ਨਾਲ ਕੀਤੀ ਜਾਵੇ। ਜਦੋਂ ਉਹ ਨਰਮੇ ਦਾ ਪੌਦਾ ਕੀ ਆ ਵੀ ਮਹੀਨੇ ਬਾਅਦ ਜਦੋਂ ਵੱਡਾ ਹੋ ਜਾਂਦਾ ਉਦੋਂ ਉਹਦੇ 'ਚ ਸਹਿਣ ਸ਼ਕਤੀ ਬਣ ਜਾਂਦੀ ਆ, ਫਿਰ ਉਹਨੂੰ ਬਹੁਤਾ ਫਰਕ ਨਹੀਂ ਪੈਂਦਾ, ਪਰ ਸ਼ੁਰੂ ਦੇ ਵਿੱਚ ਉਹਨੂੰ ਚੰਗੇ ਪਾਣੀ ਦੀ ਲੋੜ ਆ। ਤੇ ਦੂਸਰਾ ਜਿਹੜੀ ਭਰਮੀ ਰੌਣੀ ਦੀ, ਤੁਸੀਂ ਜਿਸ ਤਰ੍ਹਾਂ ਬੁੱਟਰ ਸਾਹਿਬ ਆਪਾਂ ਫੀਲਡ 'ਚ ਦੇਖਦੇ ਹਾਂ ਵੀ ਜਿੱਥੇ ਭਰਮੀ ਰੌਣੀ ਨਹੀਂ ਕੀਤੀ ਉੱਥੇ ਕੀ ਆ ਵੀ ਸਮੱਸਿਆ ਆ ਜਾਂਦੀ ਹੈ ਵੀ ਬੂਟੇ ਮੱਚਣ ਦੀ। ਨਰਮੇ ਨੂੰ ਆਪਾਂ ਛੇਤੀ ਪਾਣੀ ਨਹੀਂ ਲਾ ਸਕਦੇ ਕਿਉਂਕਿ ਉਹਦੀਆਂ ਜੜਾਂ ਦਾ ਵਿਕਾਸ ਰੁਕ ਜਾਂਦਾ, ਤਾਂ ਜਿਹੜਾ ਉਹਨੂੰ ਪਹਿਲਾ ਪਾਣੀ ਆਪਾਂ 30-40 ਦਿਨਾਂ ਬਾਅਦ ਲਾਉਣਾ ਹੁੰਦਾ ਉਹ ਤਾਂ ਹੀ ਪੋਸੀਬਲ ਆ ਜੇ ਉਹਨੂੰ ਪਹਿਲਾਂ ਭਰਮੀ ਰੌਣੀ ਦਿੱਤੀ ਆ। ਹਾਂਜੀ। ਤਾਂ ਡਾਕਟਰ ਸਾਹਿਬ, ਆਪਾਂ ਗੱਲ ਭਰਮੀ ਰੌਣੀ ਤੇ ਡੂੰਘੀ ਵਹਾਈ ਦੀ ਮਹੱਤਤਾ ਦੀ ਕਰਾਂਗੇ। ਇੱਕ ਕਿਸਾਨ ਭਰਾ ਸਾਡੇ ਨਾਲ ਲਾਈਨ ਤੇ ਹੈ, ਉਹਨਾਂ ਦਾ ਸਵਾਗਤ ਕਰਦੇ ਹਾਂ। ਹੈਲੋ।
ਹਾਂਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਆਪਣਾ ਨਾਮ ਤੇ ਆਪਣਾ ਗ੍ਰਾਂ ਦੱਸਿਓ ਜੀ। ਮੇਰਾ ਨਾਮ ਗੁਰਦੇਵ ਸਿੰਘ ਹੈ ਜੀ, ਨੰਝਾਂ ਵਾਲਾ ਪਿੰਡ। ਜੀ ਗੁਰਦੇਵ ਸਿੰਘ ਜੀ, ਸਵਾਗਤ ਹੈ ਤੁਹਾਡਾ ਅੱਜ ਦੇ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ। ਤੇ ਡਾਕਟਰ ਸਾਹਿਬ ਹਾਜ਼ਰ ਨੇ ਜੀ ਤੁਹਾਡੀ ਸੇਵਾ ਦੇ ਵਿੱਚ ਤੁਹਾਡੇ ਪ੍ਰਸ਼ਨ ਦਾ ਉੱਤਰ ਦੇਣ ਦੇ ਲਈ। ਕੀ ਪੁੱਛਣਾ ਚਾਹੁੰਦੇ ਹੋ ਜੀ? ਨਰਮੇ ਕਪਾਹ ਦੀ ਬਹੁਤ ਖੁਸ਼ੀ ਦੀ ਗੱਲ ਹੈ ਜੀ, ਬਹੁਤ ਖੁਸ਼ੀ। ਤੇ ਸਾਡੇ 773 ਬੀਜਿਆ ਜੀ। ਅੱਛਾ, ਰਾਸ਼ੀ 773 ਕਹਿੰਦੇ ਹੋਣਗੇ। ਹਾਂਜੀ ਹਾਂਜੀ ਜੀ। ਇਹਦੀ ਆਪਣਾ ਸਿਫਾਰਿਸ਼ ਕਰਦਾ ਕਿ ਨਹੀਂ ਮਹਿਕਮਾ ਜੀ? ਹਾਂਜੀ ਹਾਂ, ਇਹ ਸਿਫਾਰਿਸ਼ਸ਼ੁਦਾ ਬੀਜ ਹੈ ਜੀ। ਦੂਸਰਾ ਇਹ ਕੀ ਆ ਵੀ ਛੇਤੀ ਨਰਮੇ ਦਾ ਜਿਹੜਾ ਫਲ ਚੱਕਣ ਵਾਲੀ ਕਿਸਮ ਆ, ਛੇਤੀ ਖਿੜਨ ਵਾਲੀ ਕਿਸਮ ਆ। ਬਿਲਕੁਲ ਸਹੀ ਚੋਣ ਕੀਤੀ ਹੈ ਤੁਸੀਂ, ਸਹੀ ਹੈ ਜੀ। ਹਾਂਜੀ ਉਗੜਿਆ ਖੜਾ ਜੀ ਪੂਰਾ। ਜੀ ਬਿਲਕੁਲ ਜੀ, ਤੁਸੀਂ ਸਿਫਾਰਿਸ਼ ਕੀਤਾ, ਵਧੀਆ ਬੀਜ ਚੁਣਿਆ ਡਾਕਟਰ ਸਾਹਿਬ ਦੇ ਕਹਿਣ ਦੇ ਮੁਤਾਬਕ। ਬਸ ਇਹ ਵਧੀਆ ਆਪਦੀ ਫਸਲ ਦੀ ਸੇਵਾ ਸੰਭਾਲ ਕਰੋ। ਤਾਂ ਸੁਣਦੇ ਰਹੋ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਹੈ। ਹੋਰ ਵੀ ਗੱਲਾਂ ਬੜੀਆਂ ਕੀਮਤੀ ਸਾਂਝੀਆਂ ਕਰਨੀਆਂ। ਫੋਨ ਕਾਲ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤਾਂ ਡਾਕਟਰ ਸਾਹਿਬ, ਆਪਾਂ ਗੱਲ ਕਰ ਰਹੇ ਸੀ ਭਰਵੇਂ ਪਾਣੀ ਦੀ ਤੇ ਡੂੰਘੀ ਵਹਾਈ ਦੇ ਕੀ ਫਾਇਦੇ ਨੇ? ਹਾਂਜੀ, ਡੂੰਘੀ ਵਹਾਈ ਦੇ ਵਿੱਚ ਆਪਣਾ ਬੁੱਟਰ ਸਾਹਿਬ ਜਿਹੜੇ ਇਹਦੀ ਜੜ ਆ ਉਹ ਮੂਸਲੀਦਾਰ ਆ, ਉਹਨੇ ਡੂੰਘਾ ਜਾਣਾ ਹੁੰਦਾ ਜੀ। ਤਾਂ ਕਰਕੇ ਇਹਦੇ ਵਿੱਚ ਡੂੰਘੀ ਵਹਾਈ ਦੀ ਮਹੱਤਤਾ। ਜਿੰਨਾ ਹੀ ਜੜ ਡੂੰਘੀ ਜਾਊਗੀ ਉਨਾ ਹੀ ਉਹ ਸੋਇਲ ਦੇ ਵਿੱਚੋਂ ਨਿਊਟ੍ਰੀਐਂਟ ਆ, ਮੋਇਸਚਰ ਆਬਜ਼ਰਵ ਕਰੂਗੀ, ਉਨੀ ਜਿਹੜੀ ਬੂਟੇ ਦੀ ਗਰੋਥ ਆ ਉਹ ਵਧੀਆ ਹੋਊਗੀ ਜੀ। ਦੂਸਰਾ ਕੀ ਆ ਵੀ ਕਈ ਵਾਰੀ ਕੀ ਕਰਦੇ ਕਿਸਾਨ ਵੀਰ, ਅਸੀਂ ਫੀਲਡ 'ਚ ਦੇਖਿਆ ਵੀ ਜਦੋਂ ਉਹ ਖੇਤ ਉਹਨਾਂ ਨੇ ਤਿਆਰ ਕਰਨਾ ਹੁੰਦਾ, ਕਈ ਵਾਰੀ ਉਹਨਾਂ ਦਾ ਕੀ ਹੁੰਦਾ, ਗਲਤੀ ਨਾਲ ਜ਼ਿਆਦਾ ਗਿੱਲੇ ਵੱਤਰ ਦੇ ਵਿੱਚ ਖੇਤ ਵਾਹ ਬੈਠਦੇ ਆ ਜੀ। ਸੋ ਇਹ ਗੱਲ ਬਹੁਤ ਧਿਆਨ 'ਚ ਰੱਖਣ ਦੀ ਲੋੜ ਆ ਵੀ ਜਿਹੜਾ ਖੇਤ ਦੀ ਵਹਾਈ ਕਰਨੀ ਉਹ ਸਹੀ ਵੱਤਰ ਤੇ ਕਰਨੀ ਆ। ਜੇ ਗਿੱਲੇ ਵੱਤਰ 'ਚ ਵਹਾਈ ਹੋਗੀ ਉਦੋਂ ਵੀ ਜ਼ਮੀਨ ਨੇ ਕੰਪੈਕਟ ਹੋ ਜਾਣਾ, ਉਹਦੇ ਵਿੱਚ ਜੜਾਂ ਦਾ ਜਿਹੜਾ ਵਾਧਾ ਵਿਕਾਸ ਨਹੀਂ ਹੁੰਦਾ ਜੀ। ਜੀ ਸਰ। ਤੇ ਇੱਕ ਇਹਦੇ ਵਿੱਚ ਕੀ ਆ ਵੀ ਜਿਹੜਾ ਮਿੱਟੀ ਦਾ ਜਿਹੜਾ ਹਾਰਡ ਪੈਨ ਆ ਉਹ 3 ਸਾਲਾਂ ਬਾਅਦ ਜਿੱਥੇ ਨਰਮੇ ਦੀ ਫਸਲ ਬੀਜਦੇ ਉਹਨੂੰ ਤੋੜਨਾ ਜ਼ਰੂਰੀ ਆ। ਉਹਦੇ ਵਾਸਤੇ ਕਿਸਾਨ ਭਲੀ ਭਾਂਤ ਜਾਣੂ ਆ ਵੀ ਜਿਹੜੇ ਚਿਜ਼ਲਰ ਆ ਜਾਂ ਸੱਬਲ ਹਾਲਾ ਉਹਨਾਂ ਨੂੰ ਵਰਤ ਕੇ 3 ਸਾਲਾਂ ਬਾਅਦ ਜਿਹੜਾ ਮਿੱਟੀ ਦਾ ਜਿਹੜਾ ਹਾਰਡ ਪੈਨ ਉਹਨੂੰ ਵੀ ਤੋੜਿਆ ਜਾਣਾ ਚਾਹੀਦਾ ਜੀ। ਤਾਂ ਭਰਮੀ ਰੌਣੀ ਦੀ ਕੀ ਮਹੱਤਤਾ, ਨਾਲੋਂ ਨਾਲ ਤੁਸੀਂ ਦੱਸਿਆ ਕਿ ਜਿਹੜਾ 3 ਸਾਲਾਂ ਬਾਅਦ ਜ਼ਮੀਨ ਦੇ ਵਿੱਚ ਜੋ ਕਰੜੀ ਪਰਤ ਬਣ ਜਾਂਦੀ ਹੈ, ਇੱਕ ਸਤ੍ਹਾ ਬਣ ਜਾਂਦੀ ਹੈ, ਇੱਕ ਕੜਾ ਬਣ ਜਾਂਦਾ, ਉਹਦਾ ਵੀ ਤੋੜਨਾ ਜ਼ਰੂਰੀ ਹੈ। ਤਾਂ ਡਾਕਟਰ ਸਾਹਿਬ, ਅਗਲੇ ਪ੍ਰਸ਼ਨ ਦਾ ਉੱਤਰ ਲੈਣ ਤੋਂ ਪਹਿਲਾਂ ਇੱਕ ਕਿਸਾਨ ਭਰਾ ਸਾਡੇ ਨਾਲ ਜੁੜੇ ਆ ਜੀ, ਆਪਾਂ ਉਹਨਾਂ ਦਾ ਸਵਾਲ ਲੈਣੇ ਆ। ਹੈਲੋ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੈਂ ਨੰਝਾਂ ਤੋਂ ਬੋਲਦਾ, ਨਵਜੋਤ ਸਿੰਘ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਤੁਹਾਡਾ ਸਵਾਲ। ਸਤਿ ਸ਼੍ਰੀ ਅਕਾਲ ਜੀ ਨਵਜੋਤ ਸਿੰਘ ਜੀ। ਤਾਂ ਕੀ ਪੁੱਛੋਗੇ ਜੀ ਡਾਕਟਰ ਸਾਹਿਬ ਤੋਂ ਨਰਮੇ ਕਪਾਹ? ਹਾਂਜੀ ਡਾਕਟਰ ਸਾਹਿਬ, ਥੋੜਾ ਐਂ ਪੁੱਛਣਾ ਚਾਹੁੰਦੇ ਸੀ, ਜਿਹੜੇ ਨਰਮਾ ਵੀ ਸ਼ਾਮ ਵੇਲੇ ਦਾ ਵੀ ਥੋੜਾ ਟੈਕਦਾ ਸੀ ਤੇ ਦੁਪਹਿਰੇ ਜਿਹੜੀ ਆਪਾਂ ਲੋਆਂ ਵਗੈਰਾ ਜਿਹੜੀਆਂ ਮੱਚਣ ਦੀ ਪ੍ਰੋਬਲਮ ਆਈ ਉਹਦੇ ਬਾਰੇ ਪੁੱਛਣਾ ਚਾਹੁੰਦੇ ਸੀ। ਹਾਂ, ਉਹਦੇ ਬਾਰੇ ਨਵਜੋਤ ਅਸੀਂ ਪਹਿਲਾਂ ਵੀ ਗੱਲ ਕਰਕੇ ਹਟਿਆ ਨਵਜੋਤ, ਵੀ ਜਿਹੜੇ ਨਰਮੇ ਦੇ ਵਿੱਚ ਭਰਮੀ ਰੌਣੀ ਥੋੜੀ ਜਿਹੀ ਘੱਟ ਹੋਈ ਹੈ ਨਾ, ਤੇ ਉਹ ਤੁਸੀਂ ਫਲੈਟ ਸੋਇੰਗ ਕੀਤੀ ਹੈ, ਤੁਹਾਡਾ ਕੱਲ ਫੋਨ ਕਾਲ ਵੀ ਆਇਆ ਸੀ ਵੀ ਉਹਦੇ ਵਿੱਚ ਉਹ ਸਮੱਸਿਆ ਆ ਰਹੀ ਆ। ਤਾਈਓ ਅਸੀਂ ਆਪਣਾ ਨਵਜੋਤ ਜ਼ੋਰ ਦਿੰਦੇ ਆ ਵੀ ਜਿਹੜੀ ਭਰਮੀ ਰੌਣੀ ਕੀਤੀ ਜਾਵੇ। ਠੀਕ ਆ, ਜਿੱਥੇ ਭਰਮੀ ਰੌਣੀ ਆਪਣੀ ਨਹੀਂ ਹੋਏਗੀ ਉੱਥੇ ਉਹਨਾਂ ਖੇਤਾਂ ਦੇ ਵਿੱਚ ਜਿਹੜੀ ਇਹ ਸਮੱਸਿਆ ਆਉਂਦੀ ਆ। ਠੀਕ ਹੈ, ਇਹਦਾ ਹੱਲ ਆਪਣੇ ਕੋਲ ਪਹਿਲਾਂ ਸੀਗਾ। ਹੁਣ ਤੁਸੀਂ ਕੀ ਆ ਵੀ ਜਦੋਂ ਲੋੜ ਮੁਤਾਬਕ ਤੁਹਾਨੂੰ ਠੀਕ ਲੱਗੇ ਉਹ ਨਰਮੇ ਨੂੰ ਤੁਹਾਨੂੰ ਪਾਣੀ ਦੇਣਾ ਪੈਣਾ। ਹਾਂਜੀ ਜੀ। ਤਾਂ ਫੋਨ ਕਾਲ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤਾਂ ਕਿਸਾਨ ਵੀਰੋ ਤੇ ਭੈਣੋ, ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜੇ ਤੁਸੀਂ ਅਜੇ ਤੱਕ ਨਰਮਾ ਕਪਾਹ ਨਹੀਂ ਬੀਜਿਆ ਤਾਂ ਭਰਮੀ ਰੌਣੀ ਕਰਕੇ ਬਿਜਾਈ ਕਰਨੀ ਆ, ਤਾਂ ਜੋ ਗਰਮ ਤੱਤੀਆਂ ਹਵਾਵਾਂ ਦੇ ਨਾਲ, ਵੱਧਦੇ ਤਾਪਮਾਨ ਦੇ ਨਾਲ, ਤਪਸ਼ ਪੈਦਾ ਹੋਣ ਦੇ ਨਾਲ ਜਿਹੜਾ ਉਹ ਨਰਮਾ ਕਪਾਹ ਸੜਨ ਤੋਂ ਬਚ ਜਾਵੇ। ਤਾਂ ਜਦੋਂ ਸਾਡੀ ਮਜਬੂਰੀ ਬਣ ਜਾਂਦੀ ਹੈ ਫਿਰ ਸਮੇਂ ਤੋਂ ਪਹਿਲਾਂ ਪਾਣੀ ਲਾਉਣ ਦੀ, ਉਹਦੇ ਨਾਲ ਫਿਰ ਨਦੀਨਾਂ ਦੀ ਸਮੱਸਿਆ ਵੀ ਕਿਤੇ ਨਾ ਕਿਤੇ ਆ ਜਾਂਦੀ ਹੈ। ਤਾਂ ਕਿਸਾਨ ਵੀਰੋ ਤੇ ਭੈਣੋ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਨਰਮੇ ਕਪਾਹ ਦੀ ਕਾਸ਼ਤ ਸੰਬੰਧੀ ਧਿਆਨ ਰੱਖਣ ਜੋ ਗੱਲਾਂ ਬਾਰੇ ਜਾਣਕਾਰੀ ਦੇ ਰਹੇ ਨੇ ਡਾਕਟਰ ਜਸਵਿੰਦਰ ਕੁਮਾਰ, ਖੇਤੀਬਾੜੀ ਵਿਕਾਸ ਅਫਸਰ ਬਠਿੰਡਾ। ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਜ਼ ਤੇ ਨਾਲੋਂ ਨਾਲ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਦੇ ਰਾਹੀਂ। ਤੇ ਇਹ ਜਿਹੜਾ ਸਾਡਾ ਪ੍ਰੋਗਰਾਮ ਹੈ, ਜਿਹੜੀ ਸਾਡੀ ਗੱਲਬਾਤ ਹੈ, ਬਾਅਦ ਦੇ ਵਿੱਚ ਤੁਸੀਂ ਸਾਡੇ YouTube ਚੈਨਲ AIR ਕਿਸਾਨ ਬਾਣੀ ਬਠਿੰਡਾ ਦੇ ਰਾਹੀਂ ਵੀ ਸੁਣ ਸਕੋਗੇ, ਮਾਣ ਸਕੋਗੇ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ 0164224331 ਨੰਬਰ ਡਾਇਲ ਕਰਕੇ ਚੱਲ ਰਹੇ ਵਿਸ਼ੇ ਬਾਰੇ ਡਾਕਟਰ ਸਾਹਿਬ ਤੋਂ ਕੋਈ ਸਵਾਲ ਤੁਸੀਂ ਵੀ ਪੁੱਛ ਸਕਦੇ ਹੋ। ਤਾਂ ਡਾਕਟਰ ਸਾਹਿਬ, ਅਗਲੀ ਜਿਹੜੀ ਗੱਲ ਆ ਜਾਂਦੀ ਹੈ ਬੀਜ ਦੀ। ਜਿਵੇਂ ਤੁਹਾਡੇ ਕਹਿਣ ਤੇ ਸਾਡੇ ਕਿਸਾਨ ਭਰਾਵਾਂ ਨੇ ਪ੍ਰਮਾਣਿਤ ਜਾਂ ਕਹਿ ਲਓ ਕਿ ਜਿਹੜਾ ਤਸਦੀਕ ਹੈ ਬੀਜ ਉਹ ਲੈ ਲਿਆ, ਤਾਂ ਉਹ ਬੀਜ ਲੈਣ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਕਿੰਨੇ ਬੀਜ ਦੀ ਜ਼ਰੂਰਤ ਹੁੰਦੀ ਹੈ? ਤਾਂ ਫਿਰ ਬਿਜਾਈ ਦਾ ਢੰਗ ਤਰੀਕਾ ਕੀ ਹੁੰਦਾ ਹੈ, ਪੌਦੇ ਤੋਂ ਪੌਦਾ ਜਾਂ ਫਿਰ ਇੱਕ ਕਤਾਰ ਤੋਂ ਦੂਜੀ ਕਤਾਰ ਦਾ ਜਿਹੜਾ ਫਾਸਲਾ ਉਹ ਕਿੰਨਾ ਰੱਖਣਾ ਚਾਹੀਦਾ ਹੈ? ਹਾਂਜੀ, ਜਿਹੜਾ ਬੇਟੀ ਨਰਮੇ ਦੀਆਂ ਕਿਸਮਾਂ ਉਹਨਾਂ ਦਾ ਜਿਹੜਾ ਬੀਜ ਹੈ ਪ੍ਰਤੀ ਏਕੜ ਉਹ 950 ਗ੍ਰਾਮ ਬੀਜ ਉਹ ਵਰਤਿਆ ਜਾਂਦਾ ਜੀ।
ਇਹਦੇ ਕੀ ਆ ਵੀ ਬੀਟੀ ਨਰਮੇ ਦੇ ਬਾਜ਼ਾਰ ਦੇ ਵਿੱਚ ਇਹ ਪੈਕਟ ਦੇ ਵਿੱਚ ਆਉਂਦਾ, ਜਿਸ ਦਾ weight ਕੀ ਆ ਵੀ 475 ਗ੍ਰਾਮ ਇੱਕ ਪੈਕਟ ਦਾ weight ਹੁੰਦਾ ਜੀ। ਸੋ ਪ੍ਰਤੀ ਏਕੜ ਆਪਾਂ ਜਿਹੜੇ 2 ਪੈਕਟ ਆ ਉਹ ਬੀਟੀ ਨਰਮੇ ਦੇ ਵਰਤਨੇ ਨੇ ਜੀ। ਤੇ ਜਦੋਂ ਆਪਾਂ ਬਿਜਾਈ ਕਰਨੀ ਆ ਰੋ ਟੂ ਰੋ ਜਿਹੜੀ ਸਪੇਸਿੰਗ ਆ ਉਹ 2.25 ਫੁੱਟ ਦੀ ਆ ਜੀ। ਤੇ ਜਿਹੜਾ ਬੂਟੇ ਤੋਂ ਬੂਟਾ ਜਿਹੜਾ ਫਾਸਲਾ ਆਪਾਂ ਮੇਨਟੇਨ ਕਰਕੇ ਰੱਖਣਾ ਉਹ 75 ਸੈਂਟੀਮੀਟਰ ਯਾਨੀ ਕਿ 2.5 ਫੁੱਟ ਦਾ ਆਪਾਂ ਮੇਨਟੇਨ ਕਰਨਾ ਜੀ। ਜਿਹੜੇ ਬੀਟੀ ਰਹਿਤ ਨਰਮੇ ਆ ਜਿਸ ਤਰ੍ਹਾਂ F2228 ਆ ਜਾਂ LH2108 ਆ ਉਹਨਾਂ ਦੇ ਵਿੱਚ ਤਕਰੀਬਨ 3.5 ਕਿਲੋ ਬੀਜ ਪ੍ਰਤੀ ਏਕੜ ਜਿਹੜਾ ਪੈਂਦਾ ਹੈ ਤੇ ਉਹਦੇ ਵਿੱਚ ਜਿਹੜੇ ਬੂਟੇ ਤੋਂ ਬੂਟੇ ਦਾ ਫਾਸਲਾ ਜਿਹੜਾ ਉਹ ਤਕਰੀਬਨ 2 ਫੁੱਟ ਰੱਖਿਆ ਜਾਂਦਾ ਜੀ। ਪਰ ਅਸੀਂ ਜਿਹੜਾ ਪਿਛਲੇ ਸਾਲਾਂ ਦੇ ਵਿੱਚ ਫੀਲਡ ਦੇ ਵਿੱਚ ਦੇਖਿਆ ਹੈ ਵੀ ਕਈ ਵਾਰੀ ਕਿਸਾਨ ਵੀਰ ਜਿਸ ਤਰ੍ਹਾਂ ਆਪਾਂ ਬੀਟੀ ਨਰਮੇ ਦੀ ਸਿਫਾਰਿਸ਼ ਹੈ ਜਿਹੜੀ ਉਹ 950 ਗ੍ਰਾਮ ਬੀਜ ਦੀ ਆ 2 ਪੈਕਟ ਆ ਉਹ ਕਈ ਵਾਰੀ ਉਹ 3 ਜਾਂ 4 ਪੈਕਟ ਨਰਮੇ ਦੇ ਵਰਤ ਲੈਂਦੇ ਆ ਤੇ ਉਹ ਨਰਮਾ ਕੀ ਆ ਜ਼ਿਆਦਾ ਸੰਘਣਾ ਹੋ ਜਾਂਦਾ ਜਿਹਦੇ ਕਰਕੇ ਉੱਪਰੋਂ ਪੱਤੇ ਜੁੜ ਜਾਂਦੇ ਇੱਕ ਛਤਰੀ ਬਣ ਜਾਂਦੀ ਆ ਤੇ ਹੇਠਾਂ ਜ਼ਮੀਨ ਤੱਕ ਨਾ ਤਾਂ ਹਵਾ ਪਹੁੰਚਦੀ ਆ ਪ੍ਰੋਪਰ ਤੇ ਨਾ ਧੁੱਪ ਪਹੁੰਚਦੀ ਆ ਜਿਸ ਕਰਕੇ ਜਿਹੜਾ ਹੇਠਾਂ ਸਾਈਡ ਜਿਹੜੇ ਪਲਾਂਟ ਦੇ ਨਾ ਤਾਂ ਬਹੁਤਾ ਫਲ ਲੱਗਦਾ ਤੇ ਦੂਸਰਾ ਜਿਹੜਾ ਕੀ ਆ ਵੀ ਜ਼ਮੀਨ ਦੇ ਨੇੜੇ ਇੱਕ ਇਹੋ ਜਿਹਾ ਮਾਈਕਰੋ ਕਲਾਈਮੇਟ ਬਣ ਜਾਂਦਾ ਜਿੱਥੇ ਕੀ ਆ ਬਿਮਾਰੀਆਂ ਤੇ ਕੀੜੇ ਮਕੌੜੇ ਵੱਧ ਪਲਪਦੇ ਆ ਜੀ। ਤੇ ਨਰਮਾ ਸੰਘਣਾ ਹੋਣ ਕਰਕੇ ਜਦੋਂ ਆਪਾਂ ਸਪਰੇਅ ਕਰਦੇ ਆ ਉਹ ਵੀ ਪ੍ਰੋਪਰ ਥੱਲੇ ਤੱਕ ਨਹੀਂ ਪਹੁੰਚਦੀ ਸੋ ਕਿਸਾਨ ਵੀਰ ਜਿਹੜੀ ਬੀਜ ਦੀ ਸਹੀ ਮਾਤਰਾ ਤੇ ਜਿਹੜੀ ਸਪੇਸਿੰਗ ਆ ਜੀ ਉਹ ਪੂਰਾ ਧਿਆਨ ਦੇਣ ਜੀ। ਤਾਂ ਬਿਲਕੁਲ ਜੀ ਡਾਕਟਰ ਸਾਹਿਬ ਤੁਹਾਡਾ ਇਹ ਕਹਿਣਾ ਕਿ ਬੀਜ ਦੀ ਜਿਹੜੀ ਚੋਣ ਆਪਾਂ ਧਿਆਨ ਨਾਲ ਕਰਨੀ ਹੈ ਤੇ ਜਿਹੜੀ ਮਾਤਰਾ ਹੈਗੀ ਉਹ ਵੀ ਨਿਰਧਾਰਤ ਹੋਵੇ ਤੇ ਬਿਜਾਈ ਦਾ ਢੰਗ ਤਰੀਕਾ ਵੀ ਵਧੀਆ ਹੋਣਾ ਚਾਹੀਦਾ ਤਾਂ ਜੋ ਜਿਹੜੇ ਲੋੜ ਅਨੁਸਾਰ ਖੇਤ ਦੇ ਵਿੱਚ ਬੂਟੇ ਹੋਣ। ਤਾਂ ਡਾਕਟਰ ਸਾਹਿਬ ਖਾਦ ਪ੍ਰਬੰਧ ਦਾ ਬੜਾ ਯੋਗਦਾਨ ਹੁੰਦਾ ਹੈ ਨਰਮੇ ਕਪਾਹ ਦੇ ਵਾਧੇ ਦੇ ਵਿੱਚ, ਵਿਕਾਸ ਦੇ ਵਿੱਚ, ਫਲ ਲੱਗਣ ਦੇ ਵਿੱਚ, ਹਨਾ ਝਾੜ ਦੇ ਵਿੱਚ। ਤਾਂ ਤੁਹਾਡੇ ਹਿਸਾਬ ਦੇ ਨਾਲ ਨਰਮੇ ਤੇ ਕਪਾਹ ਦੀ ਫਸਲ ਦੇ ਵਾਸਤੇ ਕਿੰਨੀ ਕੁ ਖਾਦ ਦੀ ਜ਼ਰੂਰਤ ਹੁੰਦੀ ਹੈ, ਕਿਹੜੀ ਖਾਦ ਦੀ ਜ਼ਰੂਰਤ ਹੁੰਦੀ ਹੈ, ਕਦੋਂ ਲੋੜ ਹੁੰਦੀ ਹੈ ਤੇ ਖਾਸ ਕਰਕੇ ਜਿਹੜੀ 13-045 ਇਹਦੀ ਕੀ ਮਹੱਤਤਾ ਹੈ ਇਸ ਫਸਲ ਦੇ ਲਈ? ਹਾਂਜੀ ਬੂਟਰ ਸਾਹਿਬ, ਇਸ ਸਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਇੱਕ ਨਵੀਂ ਸਿਫਾਰਿਸ਼ ਆਈ ਹੈ ਕਿ ਖੇਤ ਦੀ ਤਿਆਰੀ ਸਮੇਂ 25 ਕਿਲੋ ਮੈਗਨੀਸ਼ੀਅਮ ਸਲਫੇਟ ਹੈ ਜਿਹੜਾ ਉਹ ਆਪਾਂ ਨੀਚੇ ਜ਼ਮੀਨ ਦੇ ਵਿੱਚ ਪਾਉਣਾ। ਇਸ ਤੋਂ ਬਾਅਦ ਜੇਕਰ ਆਪਣੀਆਂ ਜ਼ਮੀਨ ਹਲਕੀ ਆ ਤਾਂ ਉੱਥੇ 20 ਕਿਲੋ ਮਿਊਰੇਟ ਆਫ ਪੋਟਾਸ਼, 10 ਕਿਲੋ ਜ਼ਿੰਕ 21% ਉਹ ਕਿਸਾਨ ਵੀਰਾਂ ਨੇ ਖੇਤ ਦੀ ਤਿਆਰੀ ਸਮੇਂ ਪਾਉਣਾ। ਜੇਕਰ ਆਪਾਂ ਪਿਛਲੀ ਫਸਲ ਜਿਹੜੀ ਹਾੜੀ ਦਿਨੋਂ ਪੂਰੀ ਮਾਤਰਾ ਦੇ ਵਿੱਚ ਫਾਸਫੋਰਸ ਤੱਤ ਨਹੀਂ ਪਾਇਆ ਜਾਂ ਘੱਟ ਪਾਇਆ ਤਾਂ ਕਿਸਾਨ ਵੀਰ 50 ਕਿਲੋ ਤੱਕ ਜਿਹੜਾ ਸਿੰਗਲ ਸੁਪਰ ਫਾਸਫੇਟ ਵੀ ਉਹ ਜ਼ਮੀਨ ਦੇ ਵਿੱਚ ਪਾ ਸਕਦੇ ਆ। ਇਸ ਤੋਂ ਬਾਅਦ ਜਿਹੜਾ ਨਰਮੇ ਨੂੰ ਬੀਟੀ ਰਹਿਤ ਨਰਮੇ ਨੂੰ ਤਕਰੀਬਨ 60 ਤੋਂ 65 ਕਿਲੋ ਯੂਰੀਆ ਦੀ ਜ਼ਰੂਰਤ ਹੁੰਦੀ ਆ ਤੇ ਜਿਹੜੇ ਬੀਟੀ ਹਾਈਬ੍ਰਿਡ ਨਰਮੇ ਆ ਉਹਨਾਂ ਨੂੰ 90 ਕਿਲੋ ਯੂਰੀਆ ਦੀ ਜ਼ਰੂਰਤ ਆ ਯਾਨੀ ਕਿ 2 ਬੈਗ। ਪਹਿਲੀ ਕਿਸ਼ਤ ਹੈ ਜਿਹੜੀ ਉਹ ਤਕਰੀਬਨ ਪਹਿਲੇ ਪਾਣੀ ਤੇ 40-45 ਦਿਨਾਂ ਤੇ ਪਾਉਣੀ ਚਾਹੀਦੀ ਆ ਤੇ ਦੂਸਰੀ ਕਿਸ਼ਤ ਹੈ ਜਿਹੜੀ ਉਹ ਤਕਰੀਬਨ 60-65 ਦਿਨਾਂ ਤੇ ਫੁੱਲ ਫਲਾਕੇ ਦੇ ਸਮੇਂ ਜਿਹੜੀ ਉਹ ਨਰਮੇ ਨੂੰ ਪਾਉਣੀ ਚਾਹੀਦੀ ਆ। ਤਾਂ ਦੂਸਰੀ ਜਿਹੜੀ ਗੱਲ ਤੁਸੀਂ 13-045 ਖਾਦ ਦੀ ਜਿਹੜੀ ਸਪਰੇਅ ਆ ਉਹਦੀ ਸਪਰੇਅ ਜਿਹੜੀ ਫੁੱਲਾਂ ਦੇ ਟਾਈਮ ਤੇ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਨਰਮੇ ਦੀ ਫਸਲ ਨੂੰ 70% ਜਿਹੜਾ ਪੋਟਾਸ਼ ਤੱਤ ਦੀ ਜਿਹੜੀ ਲੋੜ ਆ ਉਹ ਫੁੱਲਾਂ ਦੇ ਟਾਈਮ ਤੇ ਹੁੰਦੀ ਹੈ। ਤਾਂ ਕਰਕੇ ਯੂਨੀਵਰਸਿਟੀ ਵੱਲੋਂ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਵਾਰ-ਵਾਰ ਇਸ ਸੰਬੰਧੀ ਅਵੇਅਰ ਕੀਤਾ ਜਾਂਦਾ ਵੀ ਜਦੋਂ ਹੀ ਫੁੱਲ ਨਰਮੇ ਤੇ ਆਉਣੇ ਸ਼ੁਰੂ ਹੋ ਜਾਣ ਤਾਂ ਹਫ਼ਤੇ ਤੇ ਜਿਹੜਾ 1 ਕਿਲੋ 13-045 ਆ 100 ਲੀਟਰ ਪਾਣੀ ਚ ਪਾ ਕੇ ਉਹਦੀਆਂ 4 ਸਪਰੇਆਂ ਕੀਤੀਆਂ ਜਾਣ। ਤਾਂ ਡਾਕਟਰ ਸਾਹਿਬ ਇਹ ਤਾਂ ਗੱਲ ਹੋ ਗਈ ਕਿ ਜਿਹੜਾ ਖਾਦ ਪ੍ਰਬੰਧ ਆਪਾਂ ਕਦੋਂ ਖਾਦ ਵਰਤਣੀ ਹੈ, ਕਿਹੜੀ ਖਾਦ ਵਰਤਣੀ ਹੈ, ਕਿੰਨੀ ਖਾਦ ਵਰਤਣੀ ਹੈ, ਕਿੰਨੇ ਵਕਫੇ ਦੇ ਬਾਅਦ ਆਪਾਂ 13-045 ਦਾ ਛਿੜਕਾਅ ਆਪਣੀ ਫਸਲ ਦੇ ਉੱਤੇ ਕਰਨਾ ਹੈ। ਤਾਂ ਡਾਕਟਰ ਸਾਹਿਬ ਕਈ ਵਾਰੀ ਅਸੀਂ ਇਹ ਵੀ ਦੇਖਦੇ ਹਾਂ ਕਿ ਸਾਡੇ ਕਿਸਾਨ ਭਰਾ ਸ਼ੁਰੂਆਤੀ ਦੌਰ ਦੇ ਵਿੱਚ ਬੜੇ ਖੁਸ਼ ਹੁੰਦੇ ਨੇ ਕਿ ਨਰਮੇ ਦਾ ਕੱਦ ਚੰਗਾ ਹੈ, ਪੱਤੇ ਬੜੇ ਜਿਹੜੇ ਹੈਗੇ ਸੋਹਣੇ ਨੇ, ਬੜੀ ਹਰਿਆਲੀ ਖੇਤ ਦੇ ਵਿੱਚੋਂ ਦਿਖਾਈ ਦਿੰਦੀ ਹੈ। ਪਰ ਜਿਵੇਂ ਉਹਦਾ ਕੱਦ ਵੱਡਾ ਹੁੰਦਾ ਜਾਂਦਾ ਤੇ ਪਰ ਫਲ ਨਹੀਂ ਲੱਗਦਾ ਉਦੋਂ ਸਾਡੇ ਜਿਹੜੇ ਕਿਸਾਨ ਭਰਾ ਬੜੇ ਨਿਰਾਸ਼ ਹੋ ਜਾਂਦੇ ਆ। ਤਾਂ ਇਹ ਮਤਲਬ ਇਹਦਾ ਕੀ ਕਾਰਨ ਹੁੰਦਾ ਵੀ ਕੱਦ ਬਹੁਤ ਹੋ ਗਿਆ, ਉਹਨੂੰ ਫੁੱਲ ਫਲਾਕਾ ਨਹੀਂ ਪਿਆ, ਹਨਾ? ਤਾਂ ਉਹ ਇਹਦੇ ਵਾਸਤੇ ਮਤਲਬ ਜਿਹੜਾ ਪਹਿਲਾਂ ਹੀ ਕੋਈ ਪ੍ਰਬੰਧ ਕਰ ਲਏ ਜਾਣ ਵੀ ਤਾਂ ਜੋ ਕੱਦ ਵੀ ਹਿਸਾਬ ਦੇ ਵਿੱਚ ਰਵੇ ਤੇ ਉਹਨੂੰ ਲੋੜ ਅਨੁਸਾਰ ਫੁੱਲ ਫਲਾਕਾ ਪੈ ਕੇ ਚੰਗਾ ਫਲ ਤੇ ਚੰਗਾ ਝਾੜ ਹੋਵੇ। ਹਾਂਜੀ ਬੋਟਰ ਸਾਹਿਬ, ਕਈ ਵਾਰੀ ਕੀ ਹੁੰਦਾ ਵੀ ਭਾਰੀਆਂ ਜ਼ਮੀਨਾਂ ਦੇ ਵਿੱਚ ਜਦੋਂ ਬਰਸਾਤਾਂ ਦੇ ਦੌਰਾਨ ਜਿਹੜਾ ਨਰਮਾ ਕੀ ਉਹ ਜ਼ਿਆਦਾ ਵਾਧੇ 'ਚ ਪੈ ਜਾਂਦਾ। ਨਰਮੇ ਦੇ ਬੂਟੇ ਦੇ ਉੱਪਰ ਜਿਹੜੀਆਂ ਇੱਕ ਟਾਹਣੀ ਤੋਂ ਦੂਜੀ ਟਾਹਣੀ ਦੇ ਵਿਚਕਾਰ ਜਿਹੜਾ ਫਾਸਲਾ ਉਹ ਤਕਰੀਬਨ 2.5-3 ਇੰਚ ਤੋਂ ਵੱਧ ਹੋ ਜਾਂਦਾ। ਕਿਸਾਨ ਵੀਰਾਂ ਦਾ ਆਪਣਾ ਵੀ ਤਜਰਬਾ, ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਨਰਮਾ ਜਿਹੜਾ ਵਾਧੇ 'ਚ ਪਿਆ। ਸੋ ਅਜਿਹੇ ਕੇਸਸ ਦੇ ਵਿੱਚ ਕੀ ਆ ਵੀ ਕਿਸਾਨ ਵੀਰ ਜਿਹੜਾ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਆ ਮੈਪੀ ਕੁਐਟ ਕਲੋਰਾਈਡ, ਇੱਕ ਗਰੋਥ ਰਿਟਾਰਡੈਂਟ ਆ,
ਇਹ ਦਵਾਈ ਦੀ ਜਿਹੜੀ 300 ml ਦਵਾਈ 100 ਲੀਟਰ ਪਾਣੀ ਚ ਵਰਤ ਕੇ ਜਿਹੜੀ ਇਹਦੀ ਸਪਰੇਅ ਇੱਕ 60 ਦਿਨਾਂ ਤੇ ਦੂਜੀ 75 ਦਿਨਾਂ ਤੇ ਕੀਤੀ ਜਾ ਸਕਦੀ ਹੈ ਜੀ। ਜਿਸ ਦੇ ਨਾਲ ਕੀ ਹੈ ਵੀ ਜਿਹੜੀ ਪੌਦੇ ਦੀ ਊਰਜਾ ਉਹ ਕੱਦ ਵੱਲ ਜਾ ਰਹੀ ਹੈ ਜਾਂ ਵਾਧੇ ਵੱਲ ਜਾ ਰਹੀ ਹੈ, ਉਹ ਊਰਜਾ ਜਿਹੜੀ ਫੁੱਲ ਫਲਾਕੇ ਬੰਨੀ ਟਿੰਡਿਆਂ ਦੇ ਬੰਨੀ ਹੋ ਜਾਂਦੀ ਹੈ, ਜਿਹਦੇ ਨਾਲ ਕੀ ਹੈ ਵੀ ਝਾੜ ਵਿੱਚ ਵਾਧਾ ਮਿਲਦਾ। ਜੀ। ਤਾਂ ਕਿਸਾਨ ਵੀਰੋ ਤੇ ਭੈਣੋ, ਅੱਜ ਦੇ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਨਰਮੇ ਕਪਾਹ ਦੀ ਸੁਚੱਜੀ ਕਾਸ਼ਤਕਾਰੀ ਵਿਸ਼ੇ ਨੂੰ ਲੈ ਕੇ ਡਾਕਟਰ ਜਸਵਿੰਦਰ ਕੁਮਾਰ ਇਸ ਸਿੱਧੇ ਪ੍ਰਸਾਰਣ ਦੇ ਤਹਿਤ ਸਟੂਡੀਓ ਦੇ ਵਿੱਚ ਮਹਿਮਾਨ ਬਣ ਕੇ ਜਾਣਕਾਰੀ ਦੇ ਰਹੇ ਨੇ, ਜੋ ਕਿ ਖੇਤੀਬਾੜੀ ਵਿਕਾਸ ਅਫਸਰ ਨੇ ਬਠਿੰਡਾ ਵਿਖੇ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਗਲਾ ਜਿਹੜਾ ਸਵਾਲ ਆਪਾਂ ਡਾਕਟਰ ਸਾਹਿਬ ਤੋਂ ਜਾਣਾਂਗੇ, ਜਿਹੜਾ ਕਿ ਹੈ ਖਾਸ ਤੌਰ ਤੇ ਨਦੀਨਾਂ ਸੰਬੰਧੀ। ਤਾਂ ਡਾਕਟਰ ਸਾਹਿਬ, ਜਿਹੜੇ ਨਦੀਨ ਹੈ ਫਸਲ ਦੇ ਵਾਧੇ ਦੇ ਵਿੱਚ, ਉਹਦੇ ਵਿਕਾਸ ਦੇ ਵਿੱਚ, ਉਹਦੇ ਝਾੜ ਦੇ ਵਿੱਚ ਬੜਾ ਅੜਿੱਕਾ ਲਾਉਂਦੇ ਨੇ। ਤਾਂ ਬਹੁਤ ਸਾਰਾ ਪਾਣੀ, ਬਹੁਤ ਸਾਰੀ ਜਿਹੜੀ ਖਾਦ ਹੈ ਉਹੀ ਲੈ ਜਾਂਦੇ ਨੇ, ਭਾਵੇਂ ਉਹ ਮੋਥਰਾ ਹੈ, ਭਾਵੇਂ ਉਹ ਖੱਬਲ ਹੈ, ਤੇ ਭਾਵੇਂ ਉਹ ਇੱਟ ਸੱਟ ਹੈ, ਤੇ ਭਾਵੇਂ ਉਹ ਤਾਂਦਲ ਹੈ, ਤੇ ਹੁਣ ਬੜੀ ਪ੍ਰਕਾਰ ਦੇ ਜਿਹੜੇ ਨਦੀਨ ਦਿਸਦੇ ਨੇ ਖੇਤਾਂ ਦੇ ਵਿੱਚ। ਤਾਂ ਫਿਰ ਜਿਹੜੇ ਨਦੀਨਾਂ ਨੂੰ ਕਾਬੂ ਕਰਨ ਦੇ ਵਾਸਤੇ ਕਿਹੜੇ-ਕਿਹੜੇ ਢੰਗ ਤਰੀਕੇ ਨੇ, ਤੇ ਜੇ ਆਪਾਂ ਜ਼ਹਿਰਾਂ ਦੀ ਗੱਲ ਕਰੀਏ ਤਾਂ ਫਿਰ ਜਿਹੜੇ ਕਿਹੜੇ ਜ਼ਹਿਰ ਨੇ ਜਿਹੜੇ ਕਾਰਗਰ ਨੇ, ਜਿਹੜੇ ਕਿ ਨਦੀਨਾਂ ਨੂੰ ਕਾਬੂ ਦੇ ਵਿੱਚ ਰੱਖ ਸਕਦੇ ਨੇ? ਹਾਂਜੀ, ਇੱਕ ਤਾਂ ਕਿਸਾਨ ਵੀਰ ਇਹ ਆ ਵੀ ਜਦੋਂ ਹੀ ਨਰਮੇ ਦੀ ਬਿਜਾਈ ਕਰਦੇ ਆ ਜੀ, ਨਰਮੇ ਦੀ ਬਿਜਾਈ ਕਰਨ ਤੋਂ ਬਾਅਦ ਸ਼ਾਮ ਵੇਲੇ ਜੀ ਪੈਂਡੀਮੈਥਲਿਨ ਸਟੌਂਪ 30 ਜਿਹੜੀ ਦਵਾਈ ਆ, ਉਹ 1 ਲੀਟਰ ਦਵਾਈ 200 ਲੀਟਰ ਪਾਣੀ ਚ ਵਰਤ ਕੇ ਉਹ ਜਿਸ ਦਿਨ ਬਿਜਾਈ ਕੀਤੀ ਹੈ ਉਸੇ ਦਿਨ ਸ਼ਾਮ ਵੇਲੇ ਉਹ ਸਪਰੇਅ ਕਰ ਦੇਣ। ਜਿਹੜੀ ਇਹ ਦਵਾਈ ਹੈ ਨਦੀਨਾਂ ਨੂੰ ਉਗਰਨ ਤੋਂ ਹੀ ਰੋਕਦੀ ਆ ਜੀ। ਉਸ ਤੋਂ ਬਾਅਦ ਕੀ ਆ ਵੀ ਕਿਸਾਨ ਵੀਰ ਜਿਸ ਤਰ੍ਹਾਂ ਆਮ ਵੀਡਿੰਗ ਕਲਟੀਵੇਟਰ ਦੇ ਨਾਲ ਉਹ ਨਦੀਨਾਂ ਨੂੰ ਕਾਬੂ ਚ ਕਰ ਸਕਦੇ ਆ ਜੀ, ਜਾਂ ਅਖੀਰ ਤੇ ਜਾ ਕੇ ਕਈ ਵਾਰੀ ਕਿਸਾਨਾਂ ਦੇ ਵਿੱਚ ਕੀ ਆ ਵੀ ਉਹ ਹਲ ਚਲਾਉਣੇ ਔਖੇ ਹੋ ਜਾਂਦੇ ਆ, ਤਾਂ ਉਦੋਂ ਗ੍ਰਾਮੋਸੋਨ ਅੱਧਾ ਲੀਟਰ ਜਿਹੜੀ ਉਹ ਪਾੜਿਆਂ ਦੇ ਵਿਚਕਾਰ ਉਹ ਸਪਰੇਅ ਕੀਤੀ ਜਾ ਸਕਦੀ ਆ। ਪਰ ਉਹ ਸਪਰੇਅ ਕਰਨ ਤੋਂ ਪਹਿਲਾਂ ਜਿਹੜੀ ਨੋਜ਼ਲ ਆ ਉਹਦੇ ਉੱਪਰ ਸੁਰੱਖਿਅਤ ਹੁੱਡ ਲੱਗੀ ਹੋਵੇ, ਤਾਂ ਜੋ ਉਹ ਦਵਾਈ ਹੈ ਜਿਹੜੀ ਪੌਦੇ ਤੇ ਨਾ ਪਵੇ ਤੇ ਸਿਰਫ ਨਦੀਨਾਂ ਤੇ ਪਵੇ, ਉਸ ਨੂੰ ਕੰਟਰੋਲ ਕੀਤਾ ਜਾ ਸਕਦਾ ਜੀ। ਤਾਂ ਬਿਲਕੁਲ ਜੀ, ਡਾਕਟਰ ਸਾਹਿਬ ਨੇ ਵੱਖ-ਵੱਖ ਕਿਸਮ ਦੀਆਂ ਜ਼ਹਿਰਾਂ ਵੀ ਗਿਣਾਈਆਂ, ਕਦੋਂ ਆਪਾਂ ਵਰਤੋਂ ਕਰਨੀ ਹੈ। ਪਰ ਸਭ ਤੋਂ ਵਧੀਆ ਸੌਖਾ ਤਰੀਕਾ ਤਾਂ ਮੇਰੇ ਹਿਸਾਬ ਨਾਲ ਸਾਡਾ ਜਿਹੜਾ ਪਰੰਪਰਾਗਤ ਤਰੀਕਾ ਹੈ ਉਹ ਹੈ ਹੱਥੀਂ ਨਦੀਨ ਕੱਢਣੇ, ਜਾਂ ਫਿਰ ਇਹ ਗੋਡੀ ਕਰਕੇ ਬਿਲਕੁਲ ਜੀ ਕਸੀਏ ਦੇ ਨਾਲ, ਤੇ ਜਾਂ ਫਿਰ ਇਹ ਕਲਟੀਵੇਟਰ ਚਲਾ ਕੇ, ਜਾਂ ਖੇਤ ਦੇ ਵਿੱਚ ਕਹਿ ਲਓ ਕਿ ਮਤਲਬ ਜਿਹੜਾ ਤਰਪਾਲੀ ਮਾਰ ਕੇ, ਸੀਲਰ ਮਾਰ ਕੇ ਜਿਹੜਾ ਕੀਤਾ ਜਾ ਸਕਦਾ। ਤਾਂ ਡਾਕਟਰ ਸਾਹਿਬ, ਅੱਜ ਦੇ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਕੋਲੇ ਤਕਰੀਬਨ ਜਿਹੜਾ 4-5 ਮਿੰਟ ਦਾ ਸਮਾਂ ਬਾਕੀ ਹੈ, ਤੇ ਇਸ ਸਮੇਂ ਦੌਰਾਨ ਜਿਹੜੀ ਇੱਕ ਬੜੀ ਮਹੱਤਵਪੂਰਨ ਗੱਲ ਹੈ, ਕਿਉਂਕਿ ਪਿਛਲੇ ਸਾਲ ਸਾਡੇ ਇਸ ਇਲਾਕੇ ਦੇ ਵਿੱਚ ਵੱਡੇ ਪੱਧਰ ਤੇ ਨਰਮੇ ਦੀ ਫਸਲ ਦਾ ਜਿਹੜਾ ਖਰਾਬਾ ਹੈ ਉਹ ਗੁਲਾਬੀ ਸੁੰਡੀ ਤੋਂ ਪ੍ਰਭਾਵਿਤ ਹੋਣ ਕਰਕੇ ਹੋਇਆ ਸੀ। ਕਈ ਥਾਵਾਂ ਤੇ ਜਿਹੜਾ ਝਾੜ ਆ ਬਿਲਕੁਲ ਨਾਮਾਤਰ ਹੋਇਆ। ਸਾਡੇ ਕਿਸਾਨ ਭਰਾ ਬੜੇ ਨਿਰਾਸ਼ ਹੋਏ, ਭਾਵੇਂ ਕਿ ਸਾਡੀ ਜਿਹੜੀ ਸਮੇਂ ਦੀ ਸਰਕਾਰ ਨੇ ਜਿਹੜਾ ਮੁਆਵਜ਼ਾ ਵੀ ਸਾਡੇ ਕਿਸਾਨ ਭਰਾਵਾਂ ਨੂੰ ਜਿਹੜਾ ਦਿੱਤਾ ਹੈ, ਜਾਂ ਕੁਝ ਨੂੰ ਹਜੇ ਦਿੱਤਾ ਜਾ ਰਿਹਾ, ਕੁਝ ਬਾਕੀ ਵੀ ਹੈ। ਤਾਂ ਇਸ ਵਾਰੀ ਗੁਲਾਬੀ ਸੁੰਡੀ ਦਾ ਹਮਲਾ, ਇਹਦਾ ਸਾਹਮਣਾ ਸਾਡੇ ਕਿਸਾਨ ਭਰਾਵਾਂ ਨੂੰ ਕਰਨਾ ਹੀ ਨਾ ਪਵੇ। ਭਾਵੇਂ ਇਹਦੇ ਬਾਰੇ ਕਿਸਾਨ ਭਰਾ ਵੀ ਸਾਡੇ ਕਾਫੀ ਜਾਗਰੂਕ ਨੇ, ਚੇਤਨ ਨੇ, ਤਾਂ ਸਰਕਾਰ ਵੀ, ਖੇਤੀਬਾੜੀ ਵਿਭਾਗ ਵੀ, ਖੇਤੀਬਾੜੀ ਯੂਨੀਵਰਸਿਟੀ ਵੀ ਆਪਣੇ ਪੱਧਰ ਤੇ ਉਪਰਾਲੇ ਕਰ ਰਹੀ ਹੈ। ਤਾਂ ਗੁਲਾਬੀ ਸੁੰਡੀ ਦੇ ਹਮਲੇ ਨੂੰ ਰੋਕਣ ਦੇ ਵਾਸਤੇ ਕਿਹੜੀਆਂ-ਕਿਹੜੀਆਂ ਗੱਲਾਂ ਦਾ, ਜਾਂ ਇਸ ਤੋਂ ਬਚਾਅ ਦੇ ਵਾਸਤੇ ਕਿਹੜੀ ਜਿਹੜੀ ਜਾਣਕਾਰੀ ਹੈ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਂਝੀ ਕਰਨਾ ਚਾਹੋਗੇ ਸਾਡੇ ਕਿਸਾਨ ਭਰਾਵਾਂ ਦੇ ਨਾਲ? ਹਾਂਜੀ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਠਿੰਡਾ ਵੱਲੋਂ ਵੀ ਬਹੁਤ ਵੱਡੇ ਪੱਧਰ ਤੇ ਮੁਹਿੰਮ ਚਲਾ ਕੇ ਅਸੀਂ ਪਿੰਡਾਂ ਦੇ ਵਿੱਚ ਈਵਨ ਕਿ ਘਰ-ਘਰ ਜਾ ਕੇ ਕਿਸਾਨਾਂ ਨੂੰ ਇਸ ਤੇ ਬਚਾਅ ਸੰਬੰਧੀ ਅਵੇਅਰ ਕੀਤਾ, ਜਿਹਦੇ ਵਿੱਚ ਕੀ ਆ ਵੀ ਸਭ ਤੋਂ ਪਹਿਲਾਂ ਵੀ ਪਿਛਲੇ ਸਾਲ ਦੀਆਂ ਪਈਆਂ ਛਟੀਆਂ ਉਹਨਾਂ ਦੇ ਵਿੱਚ ਜਿਹੜਾ ਟਿੰਡਿਆਂ ਦੇ ਵਿੱਚ ਵੜੇਵੇਂ ਆ ਉਹਦੇ ਵਿੱਚ ਉਹ ਗੁਲਾਬੀ ਸੁੰਡੀ ਉਵੇਂ ਪਈ ਸੀ। ਉਹਨਾਂ ਨੂੰ ਅਸੀਂ ਉਹਦੇ ਬਾਰੇ ਅਵੇਅਰ ਕੀਤਾ ਵੀ ਇਹ ਛਟੀਆਂ ਨੂੰ ਝਾੜਿਆ ਜਾਵੇ, ਜਿਹੜਾ ਉਹਦਾ ਰਹਿਣ ਬਸੇਰਾ ਖਤਮ ਕੀਤਾ ਜਾਵੇ, ਤਾਂ ਜੋ ਇਹ ਅਗਲੀ ਫਸਲ ਦੇ ਉੱਪਰ ਸ਼ਿਫਟ ਨਾ ਸਕੇ। ਉਸ ਤੋਂ ਬਾਅਦ ਹਾਲੇ ਵੀ ਅਸੀਂ ਚਲੋ ਅਪੀਲ ਕਰ ਰਹੇ ਹਾਂ ਵੀ ਜਿਹੜੇ ਨਰਮੇ ਦੇ ਖੇਤਾਂ ਦੇ ਲਾਗੇ ਛਟੀਆਂ ਦੇ ਢੇਰ ਪਏ ਆ ਉਹਨੂੰ ਚੱਕ ਲਿਆ ਜਾਵੇ ਤੇ ਉਹਨੂੰ ਪਿੰਡ 'ਚ ਲਿਆਂਦਾ ਜਾਵੇ। ਠੀਕ ਹੈ ਜੀ। ਇਸ ਤੋਂ ਬਾਅਦ ਕਿਸਾਨ ਵੀਰਾਂ ਨੇ ਗੁਲਾਬੀ ਸੁੰਡੀ ਤੋਂ ਬਚਾਅ ਦੇ ਲਈ ਆਪਦੀ ਨਰਮੇ ਦੀ ਫਸਲ ਦਾ ਜਿਹੜਾ ਸਰਵੇਖਣ ਕਰਨਾ। ਜਦੋਂ ਹੀ ਨਰਮੇ ਦੀ ਫਸਲ ਐਂਡ ਜੂਨ ਦੇ ਵਿੱਚ, ਜੁਲਾਈ ਦੇ ਵਿੱਚ ਫੁੱਲ ਫਲਾਕੇ ਦੇ ਉੱਪਰ ਆ ਗਈ ਆ, ਤਾਂ ਉਦੋਂ ਜਿਹੜੇ ਗੁਲਾਬੀ ਸੁੰਡੀ ਦੇ ਭਮੱਕੜ ਨੇ ਫਸਲ ਤੇ ਜੇ ਆਉਂਦਾ ਤਾਂ ਉਹਨੇ ਆਂਡੇ ਦੇਣੇ ਆ। ਉਸ ਟਾਈਮ ਤੇ ਆਪਾਂ ਆਪਦੀ ਫਸਲ ਦਾ ਸਰਵੇਖਣ ਕਰਨਾ। ਜਦੋਂ ਇਹ ਫੁੱਲਾਂ ਦੇ ਵਿੱਚ ਆਉਂਦੀ ਆ ਤਾਂ ਕੀ ਆ, ਜਿਹੜੇ ਫੁੱਲ ਆ ਉਹ ਭੰਬੀਰੀ ਸ਼ੇਪ ਦੇ ਬਣ ਜਾਂਦੇ ਆ। ਜਦੋਂ ਕਿਸਾਨ ਉਹਨੂੰ ਖੋਲ ਕੇ ਦੇਖਦੇ ਉਹਨਾਂ ਦੇ ਵਿੱਚ ਸੁੰਡੀ ਹੁੰਦੀ ਆ। ਜਾਂ ਕਈ ਵਾਰੀ ਕੀ ਆ, ਜਿਹੜੇ ਕੱਚੇ ਟਿੰਡੇ ਜਾਂ ਟਿੰਡੇ ਜਿਹੜੇ ਬਣ ਰਹੇ ਆ ਉਹਨਾਂ ਨੂੰ ਤੋੜ ਕੇ ਦੇਖਣ ਕਿਸਾਨ ਵੀਰ, ਜੇ ਉਹਨਾਂ ਵਿੱਚ ਸੁੰਡੀ ਮਿਲਦੀ ਆ ਤਾਂ ਜਿਹੜੀਆਂ ਵਿਭਾਗ ਵੱਲੋਂ ਸਿਫਾਰਿਸ਼ ਦਵਾਈਆਂ ਨੇ, ਜਿਸ ਤਰ੍ਹਾਂ ਸਟਾਰਟਿੰਗ ਦੇ ਵਿੱਚ ਕਿਸਾਨ ਵੀਰ
ਪਰਫੀਨੋਫੋਸ ਆ ਜੀ ਅੱਧਾ ਲੀਟਰ ਪ੍ਰਤੀ ਏਕੜ, ਜਾਂ ਈਥੀਅਨ ਦਵਾਈ ਆ 800 ml ਪਰ ਏਕੜ, ਜੀ ਜਾਂ ਪ੍ਰੋਕਲੇਮ 100 ਗ੍ਰਾਮ ਪਰ ਏਕੜ, ਜਾਂ ਫੇਮ ਆ 40 ਗ੍ਰਾਮ ਪਰ ਏਕੜ, ਜਿਹੜੀਆਂ ਸਿਫਾਰਿਸ਼ ਕਿਸਮਾਂ ਉਹ ਉਹਨਾਂ ਦੀ ਬਿਜਾਈ ਕਰਨ। ਜੀ ਜੀ ਤਾਂ ਡਾਕਟਰ ਸਾਹਿਬ, ਜਿਹੜਾ ਬੜੀ ਤੁਸੀਂ ਵਿਸਥਾਰ ਦੇ ਵਿੱਚ ਗੱਲ ਕੀਤੀ ਕਿ ਜਿਹੜਾ ਇਹਦੇ ਵਾਸਤੇ ਅਸੀਂ ਕਿਹੜੇ-ਕਿਹੜੇ ਉਪਰਾਲੇ ਕਰ ਸਕਦੇ ਹਾਂ, ਤਾਂ ਡਾਕਟਰ ਸਾਹਿਬ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਨਰਮੇ ਦੀ ਬਿਜਾਈ ਦੇ ਜਿਹੜੇ ਸਿਫਾਰਿਸ਼ਸ਼ੁਦਾ ਬੀਜ ਹੈ ਉਹਨਾਂ ਦੀ ਤੁਸੀਂ ਗੱਲ ਕਰ ਚੁੱਕੇ ਹੋ। ਸਿੰਚਾਈ ਪ੍ਰਬੰਧ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਡੂੰਘਾ ਖੇਤ ਨੂੰ ਵਾਹੁਣ ਦੇ ਕੀ ਲਾਹੇ ਨੇ, ਫਿਰ ਨਾਲੋਂ ਨਾਲ ਤੁਸੀਂ ਨਦੀਨ ਪ੍ਰਬੰਧ ਦੀ ਵੀ ਗੱਲ ਕੀਤੀ, ਖਾਦ ਪ੍ਰਬੰਧ ਦੀ ਵੀ ਗੱਲ ਕੀਤੀ, ਕੀੜੇ ਮਕੌੜਿਆਂ ਦੇ ਵਿੱਚੋਂ ਖਾਸ ਕਰਕੇ ਜਿਹੜੀ ਗੁਲਾਬੀ ਸੁੰਡੀ ਦੇ ਹਮਲੇ ਨੂੰ ਰੋਕਣ ਦੀ ਵੀ ਤੁਸੀਂ ਗੱਲਬਾਤ ਕੀਤੀ। ਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਾਂਦਿਆਂ ਕੁੱਲ ਮਿਲਾ ਕੇ ਜਿਹੜੀਆਂ ਇਹ ਗੱਲਾਂ ਨੇ, ਇਸ ਜਾਣਕਾਰੀ ਨੂੰ ਲੈ ਕੇ ਸੰਖੇਪ ਦੇ ਵਿੱਚ ਤੁਸੀਂ ਸਾਡੇ ਉਹ ਤਮਾਮ ਕਿਸਾਨ ਭਰਾ ਜਿਹੜੀ ਤੁਹਾਡੀ ਆਵਾਜ਼ ਨੂੰ, ਤੁਹਾਡੀ ਗੱਲਬਾਤ ਨੂੰ, ਇਸ ਜਾਣਕਾਰੀ ਨੂੰ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ ਨਾਲੋਂ ਨਾਲ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਦੇ ਰਾਹੀਂ ਸੁਣ ਰਹੇ ਨੇ, ਤੇ ਤੁਹਾਡੀ ਗੱਲਬਾਤ ਨੂੰ ਬਾਅਦ ਦੇ ਵਿੱਚ ਸਾਡੇ AIR ਕਿਸਾਨ ਬਾਣੀ ਬਠਿੰਡਾ ਦੇ ਚੈਨਲ ਦੇ ਰਾਹੀਂ ਵੀ ਸੁਣਨਾ ਹੈ, ਮਾਨਣਾ ਹੈ, ਉਹਨਾਂ ਦੇ ਵਾਸਤੇ ਤੁਹਾਡਾ ਕੀ ਸੁਨੇਹਾ, ਕੀ ਕਹਿਣਾ? ਹਾਂਜੀ ਬੁੱਟਰ ਸਾਹਿਬ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਠਿੰਡਾ ਵੱਲੋਂ ਸਾਰੇ ਕਿਸਾਨਾਂ ਨੂੰ ਇਹ ਅਪੀਲ ਆ ਵੀ ਜਿਹੜਾ ਗੁਲਾਬੀ ਸੁੰਡੀ ਦੇ ਹਮਲੇ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ। ਇਸ ਦੇ ਹਮਲੇ ਨੂੰ ਆਪਾਂ ਘਟਾ ਸਕਦੇ ਹਾਂ। ਜਿਹੜੀ ਵੀ ਸੁੰਡੀ ਫੁੱਲ ਫਲਾਕੇ 'ਚ ਆ ਉਹਨੂੰ ਕੰਟਰੋਲ ਕਰਕੇ ਟਿੰਡਿਆਂ ਦੇ ਵਿੱਚ ਜਾਣ ਤੋਂ ਰੋਕ ਸਕਦੇ ਹਾਂ। ਸੋ ਇਸ ਕਿਸਾਨ ਵੀਰ ਇਸ ਤੋਂ ਘਬਰਾਉਣ ਨਾ, ਵੱਧ ਤੋਂ ਵੱਧ ਜਿਹੜਾ ਰਕਬਾ ਉਹ ਨਰਮੇ ਦੀ ਕਾਸ਼ਤ ਹੇਠ ਲਿਆਉਣ, ਤੇ ਨਰਮੇ ਦਾ ਰੇਟ ਵੀ ਜਿਹੜਾ ਮਾਰਕੀਟ ਦੇ ਵਿੱਚ ਹਾਈ ਆ, ਤੇ ਕਿਸਾਨ ਵੀਰ ਨਰਮੇ ਦੀ ਫਸਲ ਤੋਂ ਵੱਧ ਜਿਹੜਾ ਆਰਥਿਕ ਮੁਨਾਫਾ ਕਮਾਉਣਗੇ। ਜੀ ਤਾਂ ਕਿਸਾਨ ਵੀਰੋ ਤੇ ਭੈਣੋ, ਵਧੇਰੇ ਜਾਣਕਾਰੀ ਦੇ ਵਾਸਤੇ ਤੁਸੀਂ ਖੇਤੀਬਾੜੀ ਵਿਭਾਗ ਦੇ ਆਪਣੇ ਨੇੜਲੇ ਦਫ਼ਤਰ ਦੇ ਨਾਲ ਤਾਲਮੇਲ ਕਰ ਸਕਦੇ ਹੋ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਾਲ ਤਾਲਮੇਲ ਕਰ ਸਕਦੇ ਹੋ। ਸਾਡੇ ਕ੍ਰਿਸ਼ੀ ਵਿਗਿਆਨ ਕੇਂਦਰ, ਸਾਡੇ ਫਾਰਮ ਸਲਾਹਕਾਰ ਸੇਵਾ ਕੇਂਦਰ ਤੁਹਾਡੀ ਸੇਵਾ 'ਚ ਹਾਜ਼ਰ ਨੇ। ਤਾਂ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਵਿਸ਼ੇਸ਼ ਸਹਿਯੋਗ ਰਿਹਾ ਮਮਤਾ ਅਰੋੜਾ ਜੀ ਦਾ। ਕੰਸੋਲ ਤੋਂ ਸਾਥ ਦਿੱਤਾ ਕੁਲਦੀਪ ਕੌਰ ਨੇ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਕਰਮਵੀਰ ਸਿੰਘ ਕਰਨ। ਸੋ ਕਿਸਾਨ ਵੀਰੋ ਤੇ ਭੈਣੋ, ਡਾਕਟਰ ਜਸਵਿੰਦਰ ਕੁਮਾਰ ਦੇ ਨਾਲ ਨਰਮੇ ਦੀ ਸੁਚੱਜੀ ਕਾਸ਼ਤਕਾਰੀ ਨੂੰ ਲੈ ਕੇ ਕੀਤੀਆਂ ਹੋਈਆਂ ਇਹਨਾਂ ਗੱਲਾਂ ਬਾਤਾਂ ਦੇ ਨਾਲ ਤਰਸੇਮ ਸਿੰਘ ਬੁੱਟਰ ਨੂੰ ਅੱਜ ਦੇ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚੋਂ ਦਿਓ ਵਿਦਾ ਤੇ